च होना, सेवकां च होना, ये हुण साडी अपनी मर्जी, क्योंकि ये बंदे ते अपने ते डिपेंड करदा कि मैं किहड़ी गिनती विच अपने आप नूं खड़ा करना। सारी संगत हाज़री लवाओ, सारिਆਂ ने रल के एक बार इन्हां बाणी दे तुकां दा पाठ करना, फिर आपां विचारां दी सांझ पाउंगे। रख लेवो किरपा तारी, रख लेवो किरपा तारी, रख लेवो किरपा तारी, रख लेवो किरपा तारी, किरपा तारी, रख लेवो 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 किरपा तारी। कोट मदे को विरला सेवक, 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 होर सकले व्यवहारी, होर सकले व्यवहारी, होर सकले व्यवहारी, होर सकले व्यवहारी, सकले व्यवहारी, हो सकले व्यवहारी, हो सकले व्यवहारी, हो सकले व्यवहारी। रख लेवो किरपा धारी, रख लेवो किरपा धारी, रख लेवो किरपा तारी, रख लेवो किरपा तारी। मेरे ठाकुर, 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 मेरे ठाकुर। रख लेवो किरपा धारी, रख लेवो किरपा धारी, रख लेवो किरपा धारी, रख लेवो किरपा धारी, रख लेवो किरपा तारी, रख लेवो किरपा तारी, रख देवो किरपा धारी, रख लेवो किरपा धारी, रख लेवो किरपा तारी, रख लेवो किरपा तारी। क्रियाचार करे खट कर्मा, क्रियाचार करे खट कर्मा, क्रियाचार करे घट कर्मा, क्रियाचार करे घट कर्मा। इतरा ते संसारी, 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 इतरा ते संसारी। अंतर मैल न उतरे हो मैं, अंतर मैल न उतरे हो मैं, अंतर मैल न उतरे हो मैं, अंतर मैल न उतरे हो मैं। बिन गुरबाजी हारी, 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 बिन गुरबाजी हारी। सतगुरु गुरु अर्जन ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਚਾਰ ਦੌਰੇ ਕੀਤੇ ਨੇ, ਜਿੱਥੇ ਜਿੱਥੇ ਵੀ ਜਾ ਕੇ ਜੋ ਉਪਦੇਸ਼ ਦਿੱਤਾ ਹੈ, ਜੋ ਵਿਚਾਰ ਦਿੱਤੀ ਹੈ, ਜੋ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ, ਉਹਨਾਂ ਨੂੰ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਠੀ ਕਰੀ ਗਏ। 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਹੜੇ 15 ਭਗਤਾਂ ਦੀ ਬਾਣੀ ਹੈ, ਇਹਦੇ ਬਾਰੇ ਵੱਖ-ਵੱਖ ਸੰਪਰਦਾਵਾਂ ਦੇ, ਵੱਖ-ਵੱਖ ਡੇਰੇਦਾਰਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਕੋਈ ਕਿਸੇ ਤਰੀਕੇ ਨਾਲ ਮੰਨਦਾ ਹੈ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਹਨਾਂ ਨੇ ਸਾਰੇ ਭੇਦ ਖੋਲ੍ਹੇ ਹੋਏ ਨੇ ਕਿ 15 ਭਗਤਾਂ ਦੀ ਬਾਣੀ ਸਾਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਇਕੱਠੀ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਜਿਹੜੀ ਬਾਣੀ ਪਹੁੰਚੀ ਹੈ,
15 ਦੇ 15 ਭਗਤਾਂ ਦੀ ਜਿਹੜੀ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਹੈਗੀ ਸੀ, ਉਹਨਾਂ ਨੇ ਆਪ ਇਕੱਠੀ ਕੀਤੀ। ਕੁਝ ਭਗਤ ਮਹਾਰਾਜ ਨੂੰ ਮਿਲੇ ਨੇ ਤੇ ਕੁਝ ਭਗਤ ਐਸੇ ਸੀ ਜਿਹੜੇ ਸਰੀਰਕ ਤੌਰ ਤੇ ਅਕਾਲ ਚਲਾਣਾ ਕਰ ਚੁੱਕੇ ਸੀ, ਪਰ ਉਹਨਾਂ ਦੀ ਵਿਚਾਰ, ਉਹਨਾਂ ਦੀ ਲਿਖੀ ਹੋਈ ਬਾਣੀ ਉਹਨਾਂ ਦੇ ਪੈਰੋਕਾਰਾਂ ਕੋਲੋਂ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਇਕੱਠੀ ਕੀਤੀ। ਹੁਣ ਜਿਵੇਂ ਭਗਤ ਫਰੀਦ ਜੀ ਹੈ, ਉਹਦੇ 1100 ਈਸਵੀ ਵਿੱਚ ਹੋਏ ਆ, ਗੁਰੂ ਨਾਨਕ ਸਾਹਿਬ 1400 ਈਸਵੀ ਵਿੱਚ, 300 350 ਪੌਣੇ 400 ਸਾਲ ਦਾ ਫਰਕ ਹੈ, ਪਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਜੀ ਦੀ ਹੈਗੀ ਹੈ, ਸ਼ਲੋਕ ਹੈਗੇ ਨੇ ਉਹਨਾਂ ਦੇ। ਇਹਦਾ ਮਤਲਬ ਉਹਨਾਂ ਦੇ ਪੈਰੋਕਾਰਾਂ ਕੋਲੋਂ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਇਕੱਠੀ ਕੀਤੀ। ਉਸ ਤੋਂ ਬਾਅਦ 15 ਭਗਤਾਂ ਦੀ ਬਾਣੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਪਣੀ ਬਾਣੀ ਹੈ, ਇਹ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਿਆਈ ਬਖਸ਼ਿਸ਼ ਕਰਦੇ ਨੇ, ਕਿਉਂਕਿ 1532 ਈਸਵੀ 'ਚ ਬਾਬਾ ਲਹਿਣਾ ਜੀ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਰਤਾਰਪੁਰ ਸਾਹਿਬ ਮਿਲਦੇ ਨੇ, ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਹੈ। 1532 ਤੋਂ ਲੈ ਕੇ 1539 ਈਸਵੀ ਤੱਕ 7 ਸਾਲ ਬਣਦੇ ਨੇ। ਇਹ 7 ਸਾਲ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹੇ ਹੋਏ। ਹੁਣ ਬੜੀਆਂ ਪ੍ਰੀਖਿਆਵਾਂ ਵੀ ਹੋਈਆਂ, ਬਾਬਾ ਲਹਿਣਾ ਜੀ ਨੇ ਕੋਲ ਬੈਠ ਕੇ ਬਹੁਤ ਕੁਝ ਸਿੱਖਿਆ ਵੀ। ਜਦੋਂ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ, ਆਪਣੀ ਬਾਣੀ ਤੇ 15 ਭਗਤਾਂ ਦੀ ਬਾਣੀ ਬਾਬਾ ਲਹਿਣਾ ਜੀ ਦੇ ਹਵਾਲੇ ਕਰ ਦਿੱਤੀ, ਸਿਰ ਝੁਕਾ ਦਿੱਤਾ। ਇਹਦਾ ਮਤਲਬ ਅੱਜ ਧੰਨ ਗੁਰੂ ਅੰਗਦ ਸਾਹਿਬ ਬਣ ਗਏ। ਉਹਨਾਂ ਕੋਲ ਹੁਣ ਬਾਣੀ ਹੋ ਗਈ ਗੁਰੂ ਨਾਨਕ ਸਾਹਿਬ ਜੀ ਦੀ ਤੇ 15 ਭਗਤਾਂ ਦੀ। ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ 63 ਸ਼ਲੋਕ ਉਚਾਰਨ ਕੀਤੇ ਨੇ। ਗੁਰੂ ਅੰਗਦ ਸਾਹਿਬ ਜੀ ਦਾ ਸ਼ਬਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ, ਸ਼ਲੋਕ ਹੈ। ਜਿਵੇਂ ਸ਼ਬਦ ਆਪਾਂ ਹੁਣ ਪੜ੍ਹਿਆ ਇਹਦਾ 4 ਬੰਦਾਂ ਦਾ, 3 ਬੰਦਾਂ ਦਾ, ਇੱਦਾਂ ਗੁਰੂ ਅੰਗਦ ਸਾਹਿਬ ਜੀ ਦਾ ਸ਼ਬਦ ਨਹੀਂ ਹੈ, ਸਿਰਫ ਸ਼ਲੋਕ ਨੇ। ਤੇ ਉਹਨਾਂ ਦੇ ਜਿਹੜੇ 63 ਸ਼ਲੋਕ ਨੇ, ਉਹ ਜਿਹੜੀਆਂ ਵਾਰਾਂ ਲਿਖੀਆਂ ਨੇ, ਉਹਨਾਂ ਵਾਰਾਂ ਵਿੱਚ ਆ ਚੁੱਕੇ ਨੇ। ਕੁਝ ਆਸਾ ਕੀ ਵਾਰ 'ਚ ਜੋ ਆਪਾਂ ਪੜ੍ਹਦੇ ਹਾਂ, ਕੁਝ ਬਾਕੀ ਵਾਰਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਵਾਰਾਂ ਦੇ ਨਾਲ ਅੰਕਿਤ ਕਰ ਦਿੱਤੇ। ਇਹ ਗੱਲਾਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਹੇ ਵੀ ਹਰ ਸਿੱਖ ਨੂੰ ਮੁੱਢਲੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੋਣੀ ਚਾਹੀਦੀ। ਬੋਲੋ ਜੀ। ਵੈਸੇ ਤਾਂ ਇਹ ਗੱਲਾਂ ਪ੍ਰਚਾਰਕ ਨੂੰ ਬੋਲਣ ਦੀ ਲੋੜ ਨਹੀਂ, ਹਰ ਇੱਕ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਕਿਉਂ ਸਾਧ ਸੰਗਤ, ਆਪਣੀ ਦਾਦੇ ਦੀ ਜ਼ਮੀਨ ਕਿੰਨੀ ਆ, ਪਿਤਾ ਦੀ ਜ਼ਮੀਨ ਕਿੰਨੀ ਆ, ਜਵਾਕਾਂ ਨੂੰ ਪਤਾ ਹੁੰਦਾ ਕਿ ਨਹੀਂ ਹੁੰਦਾ ਜੀ? ਬੋਲੋ ਸਾਧ ਸੰਗਤ, ਜ਼ਮੀਨ ਕਿੰਨੀ ਆ, ਪਿਤਾ ਦੀ ਜੱਦੀ ਜ਼ਮੀਨ ਕਿੰਨੀ ਆ, ਤੇ ਕਿੰਨੇ ਕਿੱਲੇ ਠੇਕੇ ਤੇ ਲਏ ਆ, ਕਿੰਨੇ ਕਿੱਲੇ ਬਾਅਦ ਚ ਪੈ ਲਏ ਆ, ਇਹ ਸਭ ਪਤਾ ਹੁੰਦਾ ਨਾ। ਬੰਦਾ ਆਪਣੇ ਜਿਉਂਦੇ ਜੀ ਆਪਣੇ ਜਵਾਕਾਂ ਨੂੰ ਦੱਸਦਾ ਵੀ ਆਹ ਪੈਲੀ ਆਪਣੀ ਜੱਦੀ ਪੁੱਛੀ ਹੈਗੀ ਆ 2 ਕਿੱਲੇ, 5 ਕਿੱਲੇ ਬਾਅਦ ਚ ਆਪਾਂ ਮਿਹਨਤ ਕਰਕੇ ਭਰਾਵਾਂ ਨੇ ਇੰਨੀ ਲਈ ਆ ਮੁੱਲ, ਆਹ 10 ਕਿੱਲੇ ਵਾਹੁੰਦੇ ਆਪਾਂ ਠੇਕੇ ਤੇ, ਪਤਾ ਹੁੰਦਾ ਨਾ। ਕੋਈ ਸ਼ਹਿਰ ਪਲਾਟ ਖਰੀਦਿਆ ਹੋਵੇ, ਕੋਈ ਪਿੰਡ ਵਿੱਚ ਕੋਈ ਦੁਕਾਨ ਹੋਵੇ, ਕੋਈ ਪਿੰਡ ਵਿੱਚ ਕੋਈ ਹਵੇਲੀ ਖਰੀਦੀ ਹੋਵੇ, ਤੇ ਉਹ ਵੀ ਜਵਾਕਾਂ ਨੂੰ ਨੋਹਾਂ ਨੂੰ ਨਾ ਦੱਸੀਦਾ ਵੀ ਕੱਲ ਨੂੰ ਅਸੀਂ ਦੁਨੀਆ ਤੋਂ ਚਲੇ ਗਏ ਤੇ ਨਿਆਣਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੀ ਜ਼ਮੀਨ ਜਾਇਦਾਦ ਕਿੱਥੇ ਕਿੱਥੇ ਹੈ। ਕੋਈ ਬੰਦਾ ਵਾਹੀ ਵੀ ਨਾ ਕਰਦਾ ਹੋਵੇ, ਪੈਲੀ ਠੇਕੇ ਤੇ ਹੋਵੇ, ਤਾਂ ਵੀ ਜਿਉਂਦੇ ਜੀ ਆਪਣੇ ਨਿਆਣਿਆਂ ਨੂੰ ਪੈਲੀ ਵਿਖਾਉਣ ਖੜਦਾ ਵੀ ਆਹ 4 ਕਿੱਲੇ ਜਿਹਦਾ ਠੇਕਾ ਆਪਣੇ ਘਰ ਹੁੰਦਾ। ਐਸਾ ਤਾਂ ਨਹੀਂ ਹੁੰਦਾ ਵੀ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ। ਵਿਦੇਸ਼ਾਂ 'ਚ ਬੈਠੇ ਬੰਦੇ ਦਾ ਵੀ ਧਿਆਨ ਹੁੰਦਾ ਵੀ ਜਵਾਕਾਂ ਨੂੰ ਪਤਾ ਹੋਵੇ, ਨਿਆਣਿਆਂ ਨੂੰ ਪਤਾ ਹੋਵੇ। ਜੇ ਬਾਕੀ ਗੱਲਾਂ ਬਾਰੇ ਅਸੀਂ ਇੰਨੀ ਨੌਲੇਜ ਰੱਖਦੇ ਹਾਂ, ਇੰਨੀ ਜ਼ਿੰਮੇਵਾਰੀ ਨਿਭਾਉਂਦੇ ਹਾਂ, ਤੇ ਇੱਥੇ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਇਹ ਜਿਹੜਾ ਸਾਡੇ ਪਿਓ ਦਾਦੇ ਦਾ ਖਜ਼ਾਨਾ ਸੀ, ਇਹਦੇ ਬਾਰੇ ਤੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੇ ਵਿੱਚ ਕੋਈ ਸ਼ਬਦ ਘੱਟ ਕਰ ਜਾਏ, ਕੋਈ ਵੱਧ ਕਰ ਜਾਏ, ਗੁੱਸਾ ਨਾ ਮਨਾਇਓ। ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਤੇ ਲਿਆ ਕੇ ਹੋਰ ਗ੍ਰੰਥ ਰੱਖ ਦੇਵੇ, ਤੇ ਜੇ ਅਸੀਂ ਪੜ੍ਹਿਆ ਹੀ ਨਹੀਂ ਹੋਏਗਾ ਤਾਂ ਸਾਨੂੰ ਪਤਾ ਕਿੱਦਾਂ ਹੋਏਗਾ ਸਾਡਾ ਗੁਰੂ ਕਿਹੜਾ? ਮੰਨ ਲਓ ਕੋਈ ਏਦਾਂ ਦਾ ਗ੍ਰੰਥ ਲਿਆ ਕੇ ਤੇ ਰੱਖ ਦੇਵੇ ਤੇ ਗੁਰੂ ਗ੍ਰੰਥ ਸਾਹਿਬ ਕਰਦੇ ਤੋਂ ਪਾਸੇ, ਉੱਤੇ ਰਮਾਲੇ ਵੀ ਏਦਾਂ ਦੇ ਲਿਆ ਕੇ ਪਾ ਦੇਵੇ, ਜਿਹਨੇ ਤੇ ਹੋਏਗੀ ਪੜ੍ਹੀ, ਉਹ ਕਹੇਗਾ ਭਾਈ ਇਹ ਮੇਰੇ ਗੁਰੂ ਦੀ ਬਾਣੀ ਜੋ ਤੂੰ ਪੜ੍ਹ ਰਿਹਾ। ਤੇ ਜਿਹਨੇ ਪੜ੍ਹੀ ਨਾ ਹੋਈ ਭਲਾ ਬੋਲ ਕੇ ਦੱਸਿਓ, ਪਤਾ ਹੀ ਨਹੀਂ ਲੱਗਣਾ। ਜਿਹਨੇ ਕਦੀ ਪੜ੍ਹ ਕੇ ਨਹੀਂ ਵੇਖੀ, ਜਿਹਨੇ ਸਿਰਫ ਗ੍ਰੰਥੀਆਂ ਪਾਰਟੀਆਂ ਕੋਲੋਂ ਪਾਠ ਕਰਾ ਛੱਡਿਆ ਤੇ ਸ਼ਰਾਬਾਂ ਪੀ ਕੇ ਤੇ ਬੱਕਰੇ ਬੁਲਾ ਛੱਡੇ, ਉਹਨੂੰ ਕੀ ਪਤਾ?
ਤੇ ਕਹੀ ਜਾਵੇ ਜੀ ਮੈਨੂੰ ਤਾਂ 35 ਸਾਲ ਹੋ ਗਏ ਉਮਰ ਛਕੇ ਵੀ ਤੂੰ 35 ਸਾਲ ਹੋ ਗਿਆ ਤੈਨੂੰ ਤੂੰ ਕਾਰ ਪਾਏ ਨੇ, ਪਰ ਜਿਸ ਗੁਰੂ ਦੇ ਤੈਨੂੰ ਲੜ ਲਾਇਆ ਜਿਹੜੀ ਬਾਣੀ ਉਹਦੇ ਬਾਰੇ ਤੇ ਪਤਾ ਹੀ ਨਹੀਂ ਕੀਤਾ ਕੁਝ। ਡੇਰਿਆਂ ਵਾਲੇ ਨਾ ਹੋ ਜਾਏ, ਸਾਡੇ ਬਾਬਾ ਜੀ ਦੀ ਉੱਤੇ ਵੀ 35 ਕਿੱਲੇ ਹੈ, ਸਾਡੇ ਬਾਬਾ ਜੀ ਦੀ ਉੱਤੇ ਵੀ 34 ਕਿੱਲੇ ਹੈ, ਸਾਡੇ ਬਾਬਾ ਜੀ ਨੇ ਝੋਟੀਆਂ ਰੱਖੀਆਂ, ਸਾਡੇ ਬਾਬਾ ਜੀ ਨੇ ਗਾਵਾਂ ਰੱਖੀਆਂ, ਸਾਡੇ ਬਾਬਾ ਜੀ ਦੀਆਂ ਇੰਨੀਆਂ ਗੱਡੀਆਂ ਜਿਹੜੇ ਡੇਰੇ ਜਾਂਦੇ ਉਹਨਾਂ ਨੂੰ ਕੱਲੀ ਕੱਲੀ ਗੱਲ ਦਾ ਬੋਲੋ ਸਾਰੇ ਹੁਣ ਪਤਾ ਹੁੰਦਾ ਨਾ। ਲੀਡਰਾਂ ਬਾਰੇ ਪਤਾ ਹੁੰਦਾ ਵੀ ਫਲਾਣੇ ਲੀਡਰ ਦੇ ਇੰਨੇ ਨਿਆਣੇ ਆ, ਇੰਨੇ ਉਹਦੇ ਵਿਆਹੇ ਗਏ, ਕੁੜੀ ਉਹਦੀ ਉਹਦੇ ਮੰਤਰੀ ਦੇ ਮੁੰਡੇ ਨਾਲ ਵਿਆਹੀ ਗਈ ਆ। ਜਿਹਦੇ ਨਾਲ ਮਰਜ਼ੀ ਵਿਆਹੀ ਜਾਵੇ, ਆਪਾਂ ਉਹਦੇ ਜਿਹੜਾ ਮਰਜ਼ੀ ਜਿੱਤੇ ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਦਣਾ, ਜਿਵੇਂ ਮਰਜ਼ੀ ਝੰਡੇ ਚੁੱਕੀ ਫਿਰੋ। ਆਓ ਬੈਠੇ ਨਾ ਦਿੱਲੀ ਦੀ ਹਿੱਕ ਤੇ ਲਗਾਤਾਰ ਕਿਸੇ ਰੈਲੀ 'ਚ ਜਾਣ ਤੋਂ ਪਹਿਲਾਂ ਨਾ ਜਿਨ੍ਹਾਂ ਦੀਆਂ ਲਾਸ਼ਾਂ ਘਰ ਆਈਆਂ ਉਹਨਾਂ ਵੱਲ ਵੇਖ ਕੇ ਜਾਣਾ ਚਾਹੀਦਾ। ਬੰਦੇ ਇੱਕ ਵਾਰ ਸੋਚਣਾ ਚਾਹੀਦਾ। ਹੁਣ ਜਿਸ ਗੁਰੂ ਦੇ ਸਾਨੂੰ ਲੜ ਲਾਇਆ ਪਾਤਸ਼ਾਹ ਜੀ ਨੇ, ਉਹਦੇ ਬਾਰੇ ਪਤਾ ਹੀ ਨਹੀਂ। ਪਿਓ ਦਾਦੇ ਦਾ ਖੋਲ ਜਿੱਠਾ ਖਜ਼ਾਨਾ, ਬੈਂਕ 'ਚ ਕਿੰਨੇ ਪੈਸੇ ਆ ਇਹ ਵੀ ਬੰਦਾ ਦੱਸਦਾ ਆਪਣੇ ਜਾਣੇ ਪਤਾ ਵੀ ਫਰਕ ਤੋਂ ਬਾਅਦ ਪਤਾ ਕਰਕੇ ਫਿਰਾਂਗੇ। ਵਾਰਸ ਲਿਖਾਉਂਦਾ ਕਿ ਦੋ ਸਾਲ ਜਦੋਂ ਬੈਂਕ 'ਚ ਕਾਫੀ ਨਵਾਂ ਖਾਤਾ ਖੁਲਾਈਦਾ, ਉੱਥੇ ਬੰਦਾ ਕੋਈ ਉਠਾਉਂਦਾ ਨਾ ਵੀ ਜੇ ਕੱਲ੍ਹ ਨੂੰ ਮੰਨ ਲਓ ਮੈਨੂੰ ਕੁਝ ਹੋ ਗਿਆ ਤੇ ਮੇਰੀ ਘਰਵਾਲੀ, ਮੇਰਾ ਕੋਈ ਭਰਾ, ਮੇਰਾ ਕੋਈ ਰਿਸ਼ਤੇਦਾਰ, ਕੋਈ ਮੈਂਬਰ ਪਰਿਵਾਰ ਦਾ ਲਿਖਾਇਆ ਜਾਂਦਾ ਉੱਥੇ। ਕੋਈ ਪਾਲਿਸੀ ਕਰਾਉਣੀ ਹੋਵੇ, ਤੁਸੀਂ ਕੋਈ ਬੀਮਾ ਕਰਾਉਣਾ ਹੋਵੇ, ਉਹ ਬਾਬੂ ਦੇਣਾ ਕਿਹਨੂੰ ਹੈ? ਲਿਖਾਉਂਦੇ ਆ ਨਾ ਜ਼ਿੰਮੇਵਾਰੀ ਕਿਸੇ ਦੀ ਪਤਨੀ ਲਊਗੀ ਜਾਂ ਪਤੀ ਦੀ ਪਤਨੀ ਦਾ ਬੀਮਾ ਕਰਾਇਆ ਤੇ ਪਤੀ ਜਾਂ ਬੇਟਾ ਕੋਈ ਵੀ ਕੋਈ ਪਰਿਵਾਰਕ ਮੈਂਬਰ। ਇਹਦਾ ਮਤਲਬ ਇਹ ਆ ਕਿ ਅਸੀਂ ਬਾਕੀ ਸਾਰੇ ਕੰਮਾਂ ਪੱਖੋਂ ਕਿੰਨੇ ਸੁਚੇਤ ਆ। ਸਾਨੂੰ ਮੰਤਰੀਆਂ ਬਾਰੇ ਪਤਾ, ਉਹਨਾਂ ਦੇ ਜਵਾਕਾਂ ਬਾਰੇ ਪਤਾ, ਸਾਨੂੰ ਬਾਬਿਆਂ ਬਾਰੇ ਪਤਾ, ਸਾਨੂੰ ਆਪਣੀ ਜ਼ਮੀਨ ਬਾਰੇ ਪਤਾ। ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਹੀ ਜਾਂਦੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਇਹਦੇ ਬਾਰੇ ਬੋਲੋ ਸਾਰੇ। ਤੇ ਗੁੱਸਾ ਨਾ ਬਣਾਇਓ, ਪਤਾ ਡੇਰੇਦਾਰਾਂ ਨੂੰ ਕੱਖ ਨਹੀਂ, ਜਿੰਨਾ ਵਹੀ ਜਾਂਦੇ ਪਤਾ ਉਹਨਾਂ ਨੂੰ ਵੀ। ਜਿੱਡੇ ਮਰਜ਼ੀ ਮੰਨੇ ਪਰਮੰਨੇ ਬਾਬੇ ਲਾਈਵ ਟੀਵੀ ਦੇ ਸਾਹਮਣੇ ਬਿਠਾ ਲਓ, ਇੱਦਾਂ ਲੜੀਵਾਰ 5-7 ਸਵਾਲ ਗੁਰੂ ਗ੍ਰੰਥ ਸਾਹਿਬ ਚੋਂ ਪੁੱਛ ਲਓ, ਪਤਾ ਹੀ ਕੱਖ ਨਹੀਂ ਉਹਨੂੰ ਪਤਾ। ਉਹਨੂੰ ਪਤਾ ਵੀ ਜਿਹੜੇ ਸਾਡੇ ਪਾਉਂਦੇ ਇਹਨਾਂ ਨੂੰ ਕਿਹੜਾ ਪਤਾ। ਕਈਆਂ ਬਾਬਿਆਂ ਨੂੰ ਗੁੱਸਾ ਨਾ ਬਣਾਓ, ਅਰਦਾਸ ਕਰਨੀ ਨਹੀਂ ਹੁੰਦੀ, ਕਿਤੇ 4 ਬੰਦਿਆਂ 'ਚ ਅਰਦਾਸ ਕਰ ਲਾ ਲਓ ਤਾਂ ਬਾਬਾ ਜੀ ਲੱਤਾਂ ਏਦਾਂ ਕੰਬਦੀਆਂ ਜਿਵੇਂ ਨਸ਼ੇੜੀ ਬੰਦਾ ਨੇ ਕੰਧਾਂ 'ਚ ਵੱਜਦਾ ਫਿਰਦਾ, ਏਦਾਂ ਲੱਤਾਂ ਕੰਬਦੀਆਂ ਹੈ। ਇਹਨੂੰ ਅਰਦਾਸ ਕਰਨੀ ਕਹਿਤਾ, ਉਹ ਕਹਿੰਦੇ ਮਾਂ ਕੁਝ ਬੋਲਦੇ ਹੀ ਨਹੀਂ ਵੀ ਜ਼ੁਬਾਨ ਦਿੱਤੀ ਆ ਗਿੱਠ ਲੰਬੀ ਬੋਲ, ਦਸ ਦੁਨੀਆ ਨੂੰ ਸਮਝਾ ਕੁਝ ਬੋਲ ਸੋ ਧਰਮੜੀਆਂ ਮੋੜ ਕਰ ਤਾਂ ਧਾਰੀ ਰਾਮ। ਬਾਣੀ ਆਂਦੀ ਆ ਕੁਝ ਬੋਲ, ਕੁਝ ਦੱਸ, ਕੁਝ ਸਮਝ। ਜਦੋਂ ਕੋਈ ਜ਼ਬਾਨ ਨਹੀਂ ਹੈਗੀ ਉਹਨੂੰ ਲੋਕ ਉਂਗਾ ਕਹਿੰਦੇ ਆ ਵੀ ਬੋਲੇ ਬੰਦਾ ਬੋਲੇ, ਜਿਨ੍ਹਾਂ ਕੋਲ ਹੈਗੀ ਆ ਕਹਿੰਦੇ ਬਾਬਾ ਜੀ ਬੋਲਦੇ ਹੀ ਨਹੀਂ। ਸਾਨੂੰ ਗੁਰੂ ਪਾਤਸ਼ਾਹ ਜੀ ਨੇ ਏਡਾ ਕਮਾਲ ਦਾ ਉਪਦੇਸ਼ ਤੇ ਗਿਆਨ ਬਖਸ਼ਿਸ਼ ਕੀਤਾ, ਏਡਾ ਵੱਡਾ ਪਰਉਪਕਾਰ ਕੀਤਾ। 63 ਸ਼ਲੋਕ ਆ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ। ਕਿੰਨੇ ਸ਼ਲੋਕ ਆ ਜੀ? 63 ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦੇ। ਜਦੋਂ ਗੁਰੂ ਅੰਗਦ ਸਾਹਿਬ ਅੱਗੇ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਿੰਦੇ ਆ, ਫਿਰ ਉਹਨਾਂ ਨੇ ਆਪਣੀ ਬਾਣੀ 63 ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ 15 ਭਗਤਾਂ ਦੀ ਬਾਣੀ, ਇਹ ਸਾਰੀ ਬਾਣੀ ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜ਼ਿੰਮੇਵਾਰੀ ਦੇ ਦਿੱਤੀ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਫਿਰ ਆਪਣੀ ਬਾਣੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ, 15 ਭਗਤਾਂ ਦੀ ਬਾਣੀ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ। ਇਹ ਸਾਰੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਪਹੁੰਚ ਜਾਂਦੀ ਹੈ। ਫਿਰ ਇੱਦਾਂ ਹੀ ਗੁਰੂ ਅਮਰਦਾਸ ਫਿਰ ਆਪਣੀ ਬਾਣੀ ਉਚਾਰਨ ਕਰਦੇ ਆ। ਇੱਦਾਂ ਹੀ ਗੁਰੂ ਰਾਮਦਾਸ ਮਹਾਰਾਜ ਨੂੰ, ਭਾਈ ਜੇਠਾ ਜੀ ਨੂੰ ਉਹ 1574 ਈਸਵੀ ਦੇ ਵਿੱਚ ਗੁਰਿਆਈ ਮਿਲਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਕਿਉਂਕਿ 1534 ਈਸਵੀ ਦਾ ਉਹਨਾਂ ਦਾ ਜਨਮ ਹੈ, ਚੂਨਾ ਮੰਡੀ ਲਾਹੌਰ ਪਾਕਿਸਤਾਨ ਦਾ। ਤੇ 74 ਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲਦੀ ਹੈ 40 ਸਾਲਾਂ ਬਾਅਦ, ਜਿੱਦਣ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਚੱਕਦੇ ਆ। ਕਿੰਨੀ ਉਮਰ ਹੈ ਗੁਰੂ ਰਾਮਦਾਸ ਜੀ ਦੀ? 40 ਸਾਲ। 40 ਸਾਲ 34 ਤੋਂ 74 ਤੱਕ 40 ਸਾਲ ਬਣਦੇ। ਤੇ 1570 ਈਸਵੀ ਚ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਮੁੱਢਲੀਆਂ ਗੱਲਾਂ ਤੁਹਾਡੇ ਤਾਂ ਸਾਂਝੀਆਂ ਕਰ ਰਹੇ ਆ ਵੀ ਏਦਾਂ ਉਂਗਲਾਂ ਤੇ ਗਿਣਿਆ ਹੋਵੇ, ਸਾਨੂੰ ਆਪਣੀ ਕੌਮ ਬਾਰੇ ਪਤਾ ਹੋਵੇ, ਸਾਨੂੰ ਆਪਣੀ ਹਿਸਟਰੀ ਬਾਰੇ ਪਤਾ ਹੋਵੇ ਕਿ ਇਸ ਸਥਾਨ 'ਚ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਏਦਾਂ ਗੁਰੂ ਸਾਹਿਬ ਜੀ ਦਾ ਏਦਾਂ ਬਾਣੀ ਸਾਡੇ ਤੱਕ ਪਹੁੰਚੀ ਹੈ। ਸਾਨੂੰ ਤੇ ਆਪਣੇ ਸਤਿਗੁਰ ਦੀ ਬਾਣੀ ਬਾਰੇ ਪਤਾ ਹੀ ਘੱਟ ਹੈ।
ਜ਼ਿੰਮੇਵਾਰੀ ਨਿਭਾਉਣ ਦੀ ਲੋੜ ਸੀ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਇਸ ਵਿਚਾਰਧਾਰਾ ਪ੍ਰਤੀ ਵੀ ਐਡਾ ਵੱਡਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀ ਆਪਣੀ ਬਾਣੀ ਉਚਾਰਨ ਕੀਤੀ 30 ਰਾਗਾਂ ਉਹ ਬਾਣੀ, ਤੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਤੇ 15 ਭਗਤਾਂ ਦੀ ਬਾਣੀ, ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਜੀ ਕੋਲ ਪਹੁੰਚ ਜਾਂਦੀ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਆਪਣੀ ਬਾਣੀ ਜਿਹੜੀ ਉਚਾਰਨ ਕਰਦੇ ਉਹ ਤੇ ਪਹਿਲੇ 4 ਪਾਤਸ਼ਾਹਾਂ ਦੀ ਬਾਣੀ ਤੇ ਨਾਲ 15 ਭਗਤਾਂ ਦੀ ਬਾਣੀ ਸਾਰੀ ਦੀ ਸੇਵਾ ਸਤਿਕਾਰਯੋਗ ਭਾਈ ਗੁਰਦਾਸ ਜੀ ਕੋਲ ਕਰਵਾਉਂਦੇ ਨੇ। ਨਾਲ ਜੋ ਭੱਟਾਂ ਦੇ ਸੋਈਏ ਵੀ ਉਚਾਰਨ ਕੀਤੇ, ਜਿਹੜੇ ਭੱਟਾਂ ਦੇ ਸੋਈਏ ਆਪਾਂ ਪੜ੍ਹਦੇ ਹਾਂ, ਇਹ ਭੱਟ ਸਾਹਿਬਾਨ ਜਿਹੜੇ ਸੀਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਗੁਰੂ ਘਰ ਆਉਣ ਲੱਗ ਪਏ ਸੀ। ਗੁਰੂ ਦੇ ਨਾਲ ਉਹਨਾਂ ਦੀ ਸਾਂਝ ਪੈਣੀ ਸ਼ੁਰੂ ਹੋ ਗਈ। ਫਿਰ ਭੱਟਾਂ ਦੇ ਜਿਹੜੇ ਸੋਈਏ ਉਚਾਰਨ ਕੀਤੇ, ਸਾਰੀ ਬਾਣੀ ਨੂੰ ਫਿਰ ਤਰਤੀਬ ਧੰਨ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ, ਸਾਰੀ ਸੇਵਾ ਕਰਵਾਈ। ਭਾਈ ਗੁਰਦਾਸ ਜੀ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬਾਣੀ ਲਿਖਣ ਦੀ। ਦੇਖੋ, ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਖਜ਼ਾਨਾ ਲਿਖਵਾਇਆ, ਉੱਥੇ ਭਾਈ ਗੁਰਦਾਸ ਜੀ ਦੀ ਵੀ ਕਿੰਨੀ ਵੱਡੀ ਦੇਣ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਲੱਗਦੇ ਸੀ ਰਿਸ਼ਤੇ ਵਜੋਂ ਭਾਈ ਗੁਰਦਾਸ ਜੀ, ਤੇ ਗੁਰੂ ਅਰਜਨ ਸਾਹਿਬ ਦੇ ਮਾਮਾ ਲੱਗਦੇ ਸੀ। ਗੁਰੂ ਅਰਜਨ ਸਾਹਿਬ ਦੇ ਰਿਸ਼ਤੇ ਵਜੋਂ ਮਾਮਾ ਜੀ ਲੱਗਦੇ ਸੀ। ਤੇ ਗੁਰੂ ਅਰਜਨ ਸਾਹਿਬ ਦੇ ਕੋਲ ਜਾਣੇ ਤੋਂ ਭਣੇਵੇਂ ਕੋਲੋਂ ਬਾਣੀ ਲਿਖਾਈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਭਾਈ ਗੁਰਦਾਸ ਜੀ ਦਾ ਅੰਤਮ ਸੰਸਕਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਖੂਹ ਸਾਹਿਬ ਗੁਰਦੁਆਰਾ, ਤੁਹਾਡੇ ਕੋਲ ਗੋਇੰਦਵਾਲ ਸਾਹਿਬ ਗਿਆ ਹੋਵੇ, ਕਿਉਂਕਿ ਸਾਡਾ ਪਿੰਡ ਗੋਇੰਦਵਾਲ ਤੋਂ 3-3.5 ਕਿਲੋਮੀਟਰ ਦੂਰ ਹੈ, ਬਿਲਕੁਲ ਲਾਗੇ। ਅਸੀਂ ਤੇ ਉੱਥੇ ਜੰਮੇ ਪਲੇ ਹਾਂ। ਖੂਹ ਸਾਹਿਬ ਜਿਹੜਾ ਗੁਰਦੁਆਰਾ ਹੈ, ਉੱਥੇ ਭਾਈ ਗੁਰਦਾਸ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਕਹਿੰਦੇ ਕੀਤਾ ਸੀ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਤਾਂ ਮੈਂ ਇਹ ਗੱਲਾਂ ਮੁੱਢਲੀਆਂ ਤਾਂ ਕਰ ਰਿਹਾ ਵੀ ਕਈ ਵਾਰੀ ਅਸੀਂ ਸਾਡੇ ਕਾਂਦੋਲੇ ਪ੍ਰਦੇਸ਼ ਹੁੰਦਾ, ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰਿਆਂ ਨੂੰ ਪਤਾ ਹੋਊਗਾ, ਕਈ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਸ ਇਤਿਹਾਸ ਗੁਰਦੁਆਰੇ ਦਾ ਪਿਛੋਕੜ ਕੀ ਹੈ, ਵੀ ਇਸ ਗੁਰਦੁਆਰੇ ਦੀ ਹਿਸਟਰੀ ਕੀ ਆ, ਵੀ ਇਹ ਗੁਰਦੁਆਰਾ ਕਿਹਦੀ ਯਾਦ 'ਚ ਆ। ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦਾ ਅੰਤਮ ਸੰਸਕਾਰ ਆਪਣੇ ਕਰ ਕਮਲਾਂ ਦੇ ਨਾਲ ਕੀਤਾ। ਭਾਈ ਗੁਰਦਾਸ ਜੀ ਨੇ ਸਾਰੀ ਸੇਵਾ ਕੀਤੀ। 2 ਰਚਨਾਵਾਂ ਲਿਖੀਆਂ ਭਾਈ ਗੁਰਦਾਸ ਜੀ ਨੇ ਆਪਣੀ ਜ਼ਿੰਦਗੀ, ਜਿਹੜੀਆਂ ਆਪਾਂ ਸਿੱਖ ਰਹਿਤ ਮਰਿਆਦਾ ਵਿੱਚ ਉਹਨਾਂ ਦਾ ਜ਼ਿਕਰ, ਉਹ ਕਿਹੜੀਆਂ ਇੱਕ ਵਾ 12, ਇੱਕ ਅੰਕ ਬਿੱਤ। ਤੇ ਜਦੋਂ ਸਿੱਖ ਰਹਿਤ ਮਰਿਆਦਾ ਬਣੀ ਤੇ ਉਦੋਂ ਬਕਾਇਦਾ ਲਿਖਿਆ ਗਿਆ ਵੀ ਇਹ 2 ਰਚਨਾਵਾਂ ਜਦੋਂ ਬਾਣੀ ਗਾਉਣੀ ਆ, ਬਾਣੀ ਪੜ੍ਹਨੀ ਆ, ਬਾਣੀ ਦੀ ਵਿਆਖਿਆ ਵਿੱਚ ਇਹਨਾਂ 2 ਰਚਨਾਵਾਂ ਨੂੰ ਵਰਤਿਆ ਜਾ ਸਕਦਾ। ਭਾਈ ਗੁਰਦਾਸ 40 ਵਾਰਾਂ ਨੇ ਭਾਈ ਗੁਰਦਾਸ ਜੀ ਦੇ। ਇੱਕ ਵਾਰ 'ਚ ਪੌੜੀਆਂ ਹੁੰਦੀਆਂ ਨੇ, ਜਿਵੇਂ 40 ਪੌੜੀਆਂ, 45 ਪੌੜੀਆਂ, 20 ਪੌੜੀਆਂ ਨਹੀਂ, ਵਾਰ ਇੱਕ ਪੌੜੀਆਂ ਉਹ 'ਚ ਅੱਗੇ ਜਿੰਨੀਆਂ ਮਰਜ਼ੀ ਲਾ ਲਓ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਦੇਖੋ, ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ, ਕਈ ਬਜ਼ੁਰਗ ਵੇਖੇ, ਕਈਆਂ ਨੂੰ ਬੜਾ ਪੜ੍ਹਨ ਦਾ ਸ਼ੌਂਕ ਹੁੰਦਾ, ਕਈਆਂ ਨੌਜਵਾਨਾਂ ਨੂੰ ਪੜ੍ਹਨ ਦਾ ਸ਼ੌਂਕ, ਜਿਨ੍ਹਾਂ ਨੂੰ ਸ਼ੌਂਕ ਹੈ ਉਹਨਾਂ ਨੂੰ ਵੇਖਿਓ ਧਿਆਨ ਨਾਲ, ਜਿਹੜੀਆਂ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਤੇ ਕਵਿਤਾਂ 'ਚ ਦਲੀਲਾਂ ਦਿੱਤੀਆਂ ਨੇ, ਐਗਜ਼ੈਂਪਲਾਂ ਦਿੱਤੀਆਂ ਨੇ, ਉਹ ਬਾਣੀ ਨਾਲ ਬਹੁਤ ਮੇਲ ਖਾਂਦੀਆਂ। ਕਿਉਂ ਭਲਾ? ਕਿਉਂਕਿ ਜਦੋਂ ਕੋਈ ਬੰਦਾ ਕੋਈ ਚੀਜ਼ ਲਿਖਦਾ, ਪੜ੍ਹਦਾ, ਜੋ ਉਹਨੇ ਪੜ੍ਹਿਆ ਹੁੰਦਾ ਉਹਦਾ ਪ੍ਰਭਾਵ ਉਹਦੀ ਸੁਰਤ 'ਤੇ ਜ਼ਰੂਰ ਹੁੰਦਾ। ਤੇ ਜਿਹੜੀ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਆ, ਕੁਦਰਤੀ ਗੱਲ ਆ, ਸੁਰਤ ਉੱਤੇ ਉਸ ਬਾਣੀ ਦਾ ਪ੍ਰਭਾਵ ਸੀ। ਤੇ ਫਿਰ ਕਲਮ ਦੇ ਨਾਲ ਉਹ ਜਿਹੀਆਂ ਦਲੀਲਾਂ, ਉਹ ਜਿਹੀਆਂ ਵਿਚਾਰਾਂ ਉਹਨਾਂ ਨੇ ਪੇਪਰ ਦੀ ਹਿੱਕ ਉੱਤੇ ਉਤਾਰੀਆਂ। ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਤੇ ਬਹਿ ਚੁੱਕੇ ਆ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਹਿ ਚੁੱਕੇ ਆ, ਉਦੋਂ ਲਿਖੀਆਂ ਗਈਆਂ। ਇਹ ਜਿਹੜੀਆਂ 2 ਰਚਨਾਵਾਂ, ਇਹਦਾ ਅਰਥ ਵਾ ਇਹ ਦੋਵੇਂ ਰਚਨਾਵਾਂ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਲਿਖੀਆਂ ਨੇ ਉਹਨਾਂ ਨੇ। ਹੁਣ ਤੁਸੀਂ ਪੁੱਛੋਗੇ ਇਹ ਕਿੱਦਾਂ ਪਤਾ ਲੱਗਦਾ? ਇਹਦਾ ਜਵਾਬ ਵੀ ਉਹਨਾਂ ਦੀਆਂ ਪੌੜੀਆਂ ਤੋਂ ਪਤਾ ਲੱਗਦਾ। 5 ਪਿਆਲੇ, ਸਾਰੇ ਬੋਲੋ, 5 ਪਿਆਲੇ, 5 ਪੀਰ, ਛਟਮ ਪੀਰ, ਇਹਦਾ ਮਤਲਬ 6ਵੇਂ ਪਾਤਸ਼ਾਹ ਜੀ ਗੱਦੀ 'ਤੇ ਬਹਿ ਚੁੱਕੇ ਸੀ ਨਾ, ਤਾਂ ਹੀ ਲਿਖਿਆ ਨਾ ਉਹਨਾਂ ਨੇ। ਜਾਨੀ ਕਿ ਜਦੋਂ ਇਹ ਪੌੜੀ ਲਿਖ ਰਿਹਾ, ਉਦੋਂ ਤੱਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਚੁੱਕ ਚੁੱਕੇ ਸੀ। ਜਾਨੀ ਕਿ ਤੁਹਾਨੂੰ ਲਿਖਤਾਂ ਵਿੱਚੋਂ ਹੀ ਹਵਾਲੇ ਮਿਲ ਜਾਂਦੇ ਆ, ਤੁਹਾਨੂੰ ਪਾਸੋਂ ਟੱਕਰਾਂ ਮਾਰਨ ਦੀ ਲੋੜ ਨਹੀਂ। ਕੋਈ ਸਾਨੂੰ ਇਹ ਪੁੱਛਿਆ ਵੀ ਭਾਈ ਗੁਰਦਾਸ ਜੀ ਨੇ ਪੌੜੀਆਂ ਵਾਰਾਂ ਕਦੋਂ ਲਿਖੀਆਂ, ਤੇ ਆਪਾਂ ਇਹ ਕਹਿ ਸਕਦੇ ਹਾਂ ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਲੈ ਚੁੱਕੇ ਸਨ। ਉਹ ਅਗਲਾ ਪੁੱਛੇ ਤੈਨੂੰ ਕਿੱਦਾਂ ਪਤਾ? ਕਦੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ 5 ਪਿਆਲੇ, 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਗਏ, ਮੂਰਤ ਹਰਗੋਬਿੰਦ ਸਵਾਰੀ।
ਹੁਣ ਇਹ ਗੱਲਾਂ ਮੁੱਢਲੀਆਂ ਸੀ। ਇਸ ਤੋਂ ਬਾਅਦ ਅੱਗੇ ਗੱਲ ਆਉਂਦੀ ਵਿਚਾਰ ਦੀ। ਫਿਰ ਇਹ ਸਾਰੀ ਸੇਵਾ ਕੀਤੀ। ਪਹਿਲੇ ਗ੍ਰੰਥੀ ਸਤਿਕਾਰਯੋਗ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਸੇਵਾ ਦਿੱਤੀ, ਜ਼ਿੰਮੇਵਾਰੀ ਦਿੱਤੀ, ਤੁਸੀਂ ਸੇਵਾ ਨਿਭਾਉਣੀ ਹੈ। ਤੇ ਬਾਬਾ ਬੁੱਢਾ ਜੀ ਇਕੱਲੇ ਗ੍ਰੰਥੀ ਨਹੀਂ, ਉਹ ਪ੍ਰਬੰਧਕ ਬੜੇ ਕਮਾਲ ਦੇ ਸੀ। ਜਿਹੜਾ ਪੀਰ ਸਾਹਿਬ ਅੱਜ ਆਪਾਂ ਵੇਖਦੇ ਹਾਂ, ਇੱਥੇ ਬਹੁਤ ਜ਼ਿਆਦੀਆਂ ਗਾਵਾਂ, ਮੱਝਾਂ, ਪਸ਼ੂ ਰੱਖੇ ਸੀ ਬਾਬਾ ਬੁੱਢਾ ਸਾਹਿਬ ਨੇ। ਬਹੁਤ ਜ਼ਿਆਦਾ ਲਾਗੇ ਨੂੰ ਜਿੰਨਾ ਦੁੱਧ ਉੱਥੋਂ ਮੱਖਣ ਕੱਢਿਆ ਜਾਂਦਾ ਸੀ, ਉਹ ਸੇਵਾਵਾਂ ਕਰਦੇ ਸੀ ਸਤਿਕਾਰਯੋਗ ਬਾਬਾ ਬੁੱਢਾ ਜੀ। ਗੁਰਦੁਆਰੇ ਨੂੰ ਦੁੱਧ ਜਾਂਦਾ ਸੀ ਬੜੇ ਵੱਡੇ। ਬਾਬਾ ਬੁੱਢਾ ਜੀ ਗੱਤਕਾ ਬਹੁਤ ਵਧੀਆ ਖੇਡ ਸਕਦੇ। ਅਸੀਂ ਤੇ ਇੱਕੋ ਹੀ ਬਾਬਾ ਬੁੱਢਾ ਜੀ ਨੂੰ ਸਿਰਫ ਪੁੱਤਰਾਂ ਦੇ ਦਾਨੀ ਬਣਾ ਕੇ ਪੇਸ਼ ਕੀਤਾ ਵੀ ਪੁੱਤਰ ਹੀ ਮਿਲਦੇ ਨੇ। ਇਸੇ ਕਰਕੇ ਅੱਜ ਡੇਰਿਆਂ ਵੱਲ ਲੋਕ ਪੁੱਤਰ ਲੈਣ ਜਾਂਦੇ ਆ। ਅਸੀਂ ਤਾਂ ਸਿਰਫ ਬਾਬਾ ਬੁੱਢਾ ਜੀ ਨੂੰ ਪੁੱਤਰਾਂ ਦੇ ਦਾਨੀ ਬਣਾ ਕੇ ਪੇਸ਼ ਕੀਤਾ। ਉਹਨਾਂ ਵਰਗਾ ਪ੍ਰਬੰਧਕ ਕੋਈ ਨਹੀਂ, ਉਹਨਾਂ ਵਰਗਾ ਕਿਰਪਾਨ ਦਾ, ਤਲਵਾਰ ਦਾ ਧਨੀ ਕੋਈ ਨਹੀਂ, ਜਿਹਨਾਂ ਉਹਨਾਂ ਸੋਹਣਾ ਪ੍ਰਬੰਧ ਕੀਤਾ। ਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਣੀ ਦੀ ਵਿਆਖਿਆ ਕਰਦੇ ਸੀ, ਸਤਿਕਾਰਯੋਗ ਬਾਬਾ ਬੁੱਢਾ ਜੀ ਨਾਲ ਬਾਣੀ ਦੀ ਪੋਥੀ ਪੜ੍ਹਨ ਦੀ ਸੇਵਾ ਕਰਦੇ। ਹੁਣ ਆਹ ਗੱਲਾਂ ਅਸੀਂ ਸਾਡੇ ਤੱਕ ਪਹੁੰਚੀ। ਅਸੀਂ ਤਾਂ ਸਿਰਫ ਇਹ ਹੁੰਦਾ ਕਿ ਸਾਡੇ ਪੁੱਤ ਨੂੰ 4 ਸਾਲ ਵਿਆਹ ਨੂੰ ਹੋ ਜਾਣ, ਕਹਿੰਦੇ ਜਵਾਬ ਨਹੀਂ ਹੁੰਦਾ, ਕਹਿੰਦੇ ਚਲੋ ਘਰੋਂ ਮਿੱਸੀਆਂ ਰੋਟੀਆਂ ਤੇ ਘਰੋਂ ਪਿਆਜ਼ ਲੈ ਜਾਓ ਨਾਲ, ਤੇ ਉੱਥੇ ਜਾ ਕੇ ਅਰਦਾਸ ਸ਼ੁਰੂ ਹੋ ਸਕਦਾ। ਬਾਬਾ ਬੁੱਢਾ ਜੀ ਸਾਨੂੰ ਬੋਲ ਕੇ ਦੱਸਿਓ ਹੁਣ। ਅੱਛਾ, ਜੇ ਧੀ ਚਾਹੀਦੀ ਹੋਵੇ ਫਿਰ ਕਿੱਥੇ ਜਾਣਾ? ਇਹਦਾ ਮਤਲਬ ਬਾਬਾ ਬੁੱਢਾ ਜੀ ਨੂੰ ਤੁਸੀਂ ਇਸ ਖਾਤੇ ਨੇ ਪਾਤਾ ਕਿ ਪੁੱਤ ਲੈਣ ਲਈ ਬਾਬਾ ਬੁੱਢਾ ਜੀ ਕਰ ਜਾਓ ਤੇ ਧੀ। ਇਹਦਾ ਮਤਲਬ ਗੁਰੂ ਪਾਤਸ਼ਾਹ ਜੀ ਧੀਆਂ ਨਾਲ ਨਫ਼ਰਤ ਕਰਦੇ ਸੀ। ਅਸੀਂ ਤਾਂ ਗੁਰੂ ਅਰਜਨ ਸਾਹਿਬ ਨਾਲ ਵੀ ਮਾਫ ਕਰਨਾ, ਅਸੀਂ ਤਾਂ ਗੁਰੂ ਅਰਜਨ ਸਾਹਿਬ ਨਾਲ ਵੀ ਇਨਸਾਫ ਨਹੀਂ ਕੀਤਾ। ਉਹਨਾਂ ਨੂੰ ਵੀ ਇੰਝ ਹੀ ਕਹਿਤਾ, ਉਹ ਵੀ ਪੁੱਤਰ ਲੈਣ ਵਾਸਤੇ ਮਾਤਾ ਗੰਗਾ ਜੀ ਨੂੰ ਭੇਜ ਦਿਓ। ਹੱਦ ਹੋ ਗਈ। ਬੇਬੇ ਨਾਨਕੀ ਨੂੰ ਨਹੀਂ ਸੀ ਰੀਝ ਮੇਰੇ ਘਰ ਪੁੱਤ ਹੋਵੇ। ਹੈ ਕਿਸੇ ਕਥਾਵਾਚਕ ਦੇ ਕੋਲ, ਕਿਸੇ ਢਾਡੀ ਕਮਿਸ਼ਨ, ਕਿਸੇ ਬਾਬੇ ਡੇਰੇਦਾਰ ਸੰਪਰਦਾਇ ਕੋਲ ਇਸ ਗੱਲ ਦਾ ਜਵਾਬ? ਕੀ ਬੇਬੇ ਨਾਨਕੀ ਨਹੀਂ ਸੀ ਚਾਹੁੰਦੀ ਮੇਰੇ ਘਰ ਦੀ ਕੋਈ ਧੀ ਪੁੱਤ ਹੋਵੇ? ਉਹਦੇ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਨੇ, ਤੇ ਮਾਤਾ ਗੰਗਾ ਜੀ ਨੂੰ ਪੁੱਤ ਲੈਣ ਵਾਸਤੇ ਬਾਬਾ ਬੁੱਢਾ ਜੀ ਕੋਲ ਭੇਜਦਾ। ਉਹ ਭਲਿਓ ਇਤਿਹਾਸ ਗੈਰਾਂ ਨੇ ਲਿਖਿਆ ਹੈ ਤੁਹਾਡਾ। ਬਾਣੀ ਤੁਹਾਡੇ ਗੁਰੂ ਨੇ ਲਿਖੀ ਹੈ। ਜਿਹੜੀ ਬਾਣੀ ਲਿਖੀ ਹੈ ਉਹ ਮੰਨਣ ਨੂੰ ਤਿਆਰ ਨਹੀਂ ਆ। ਮਨ ਘੱਟ ਸਾਖੀਆਂ ਅੱਜ ਤੱਕ ਸਾਰੇ ਇਸੇ ਕਰਕੇ ਅੱਜ ਉਹਨਾਂ ਧੀਆਂ ਨੂੰ ਅੱਧੀ ਰਾਤ ਸੱਸਾਂ ਬਾਹੋਂ ਫੜ ਕੇ ਬਾਹਰ ਕਰ ਦਿੰਦੀਆਂ, ਤੇਰੇ ਘਰ ਤੇ ਜਵਾਕ ਨਹੀਂ ਹੋਇਆ, ਮੈਂ ਤੈਨੂੰ ਘਰ ਰੱਖਣਾ ਹੀ ਨਹੀਂ। ਆਹ ਸਾਖੀਆਂ ਦੇ ਉਹਨਾਂ ਧੀਆਂ ਦੀ ਬੇਕਦਰੀ ਕਰਾਉਣ ਵਾਲੀ, ਜਿਹੜੀਆਂ ਇਤਿਹਾਸ ਵਿੱਚ ਜ਼ਹਿਰ ਨੂੰ ਮਿੱਠੇ ਚ ਲਪੇਟ ਕੇ ਤੁਹਾਡੇ ਤੱਕ ਪਰੋਸਿਆ ਗਿਆ। ਉਹਨਾਂ ਸੱਸਾਂ ਦੇ ਦਿਮਾਗ 'ਚ ਵੀ ਕੀੜਾ ਬੈਠਾ ਹੋਇਆ ਕਿ ਪੁੱਤਰਾ ਹੋਇਆ ਤੇ ਮੇਰੀ ਨੂੰਹ ਚੰਗੀ ਨਹੀਂ। ਆਹ ਕਾਰਨ ਸਿਰਫ ਧਿਆਨ ਨਾਲ ਸੁਣਿਓ ਗੱਲ। ਫਿਰ ਮੈਨੂੰ ਵੀ ਗੱਡੀ ਤੋਂ ਬੈਠ ਤੋਂ ਪਹਿਲਾਂ ਪੁੱਛਿਓ ਜ਼ਰੂਰ ਇੱਕ ਵਾਰ। ਹਰ ਇੱਕ ਪ੍ਰਚਾਰਕ ਨੂੰ ਸਵਾਲ ਕਰੋ, ਭਾਈ ਗੁਰਮਤਿ ਦੱਸ, ਜਿਹੜੀ ਬਾਣੀ ਦੀ ਮਾਨੋ ਕੀ ਟੇਕ ਬ੍ਰਿਥੀ ਸਭ ਜਾਣ, ਅੱਗੇ ਪੜਿਓ ਦੇਵਲ ਕੌਣ ਇੱਕ ਹੈ ਭਗਵਾਨ। ਜਿਹੜੀ ਬਾਣੀ ਆਂਦੀ ਆ ਵੀ ਮਨੁੱਖ ਦੀ ਟੇਕ ਨਹੀਂ ਲਾਉਣੀ, ਬਾਬਾ ਬੁੱਢਾ ਜੀ ਹੈਗੇ ਤੇ ਮਨੁੱਖੀ ਸੀ ਨਾ, ਬੋਲ ਕੇ ਦੱਸਿਓ ਇਮਾਨਦਾਰੀ ਨਾਲ। ਹੈਗੇ ਤੇ ਮਨੁੱਖੀ ਸੀ। ਉਹ ਜਿਹੜੇ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਵਰਗੇ ਯੋਧੇ ਗੁਰੂ ਦੇ ਚਰਨਾਂ ਦੇ ਭੌਰੇ ਸੀ, ਤੁਸੀਂ ਉਹਨਾਂ ਨੂੰ ਗੁਰੂ ਦੇ ਬਰਾਬਰ ਲਿਆ ਕੇ ਖੜਾ ਕਰ ਦਿਓ। ਅੱਜ ਵੇਖਿਓ ਅਸੀਂ ਕਿੱਥੇ ਪਹੁੰਚ ਗਏ। ਇਹੋ ਵਜ੍ਹਾ ਕਿ ਅੱਜ ਥਾਂ ਥਾਂ ਤੇ ਡੇਰੇਦਾਰ ਆਪਣੇ ਫੱਟੇ ਲਾ ਕੇ ਵਿੱਚ ਨੇ, ਇੱਥੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ, ਇੱਥੇ ਮੱਸਿਆ ਨਾ ਆਓ, ਇੱਥੋਂ ਮੱਝਾਂ ਲੈ ਜਾਓ। ਨਹੀਂ ਹੈਗੇ ਦਾਦਾ, ਹੈਗੇ ਨਹੀਂ ਹੈਗੇ? ਬੋਲੋ। ਜਿਹੜੇ ਬਾਬੇ ਆ ਤੇ ਸਾਡੀਆਂ ਅਰਦਾਸਾਂ ਨਾਲ ਧੀਆਂ ਤੋਂ ਪੁੱਤ ਹੁੰਦੇ ਆ, ਉਹਨਾਂ ਨੂੰ ਕਰੋ ਅਰਦਾਸ ਕਾਲੇ ਕਾਨੂੰਨ ਰੱਦ ਹੋ ਜਾਣ। ਕਿਉਂ ਕਿਸਾਨ ਭਾਈ ਆਪਾਂ ਸੜਕਾਂ ਤੇ? ਉਹ ਬੋਲੋ ਭਾਈ। ਕਿਸੇ ਬਾਬੇ ਨੂੰ ਕਹੋ, ਹੁਣ ਬਾਬੇ ਕਿਉਂ ਨਹੀਂ ਬੋਲਦੇ? ਜਿਹੜੇ ਬਾਬਿਆਂ ਨੂੰ ਮੰਨਦੇ ਆ ਉਹਨੂੰ ਕਹੋ ਬਾਬਾ ਜੀ ਅਰਦਾਸ ਕਰੋ। ਤੇ ਮੋਦੀ ਨੂੰ ਕਹੋ ਵੀ ਅੰਕਲ ਨੇ ਕਾਲੇ ਕਾਨੂੰਨ ਰੱਦ ਕਰ ਦੇ। ਅਮਿਤ ਸ਼ਾਹ, ਤੋਮਰ ਹੋਰਾਂ ਨੂੰ ਕਹੋ ਵੀ ਕਾਲੇ ਕਾਨੂੰਨ ਰੱਦ ਕਰੇ। ਤੁਮ ਅਰਦਾਸ ਕਰੋ। ਜਿਹਦੇ ਅਖੰਡ ਪਾਠ ਕਹੋਗੇ ਕਰਾ ਦਾਂਗੇ। ਜਿਹੜੇ ਤੁਸੀਂ ਕਹਿੰਦੇ ਅਖੰਡ ਪਾਠ ਸੁੱਖੋ ਤੇ ਆ ਹੋ ਜਾਂਦਾ। ਬੋਲੋ ਭਾਈ। ਜੇ ਅਖੰਡ ਪਾਠ ਸੁੱਖਣ ਦਾ ਕੰਮ ਹੁੰਦਾ, ਲਓ ਅਸੀਂ ਸੁੱਖਣਾ ਸੁੱਖਦੇ ਵੀ 120 120 500 ਅਖੰਡ ਪਾਠ ਕਰਾਉਂਦਾ ਵੀ ਸੁੱਖਣਾ ਸੁੱਖੋ। ਤੁਸੀਂ ਕਹੋ ਬਾਬੇ ਨੂੰ, ਕਹੋ ਬਾਬਾ ਕਦੇ ਅਰਦਾਸ ਕਰਦੀ ਆ, 15 ਦਿਨਾਂ ਬਾਅਦ ਕਾਲੇ ਕਾਨੂੰਨ ਰੱਦ ਹੋ ਜਾਣੇ। ਸਭ ਨਾਟਕ ਖੇਡਿਆ ਜਾ ਰਿਹਾ। ਐਸ ਬਰੀਕੀ ਨੂੰ ਸਮਝੋ। ਪਤਾ ਸਾਨੂੰ ਆ ਗੱਲਾਂ ਸੁਣ ਕੇ ਨਾਸਤਕ ਹੈ ਜੀ, ਇਹ ਤੇ ਕਾਮ ਤੇ ਫਲਾਣੀ ਬੋਲੀ ਬੋਲਦੀ। ਉਹ ਭਲਿਓ, ਧੀਆਂ ਪੁੱਤ ਉਹਨਾਂ ਦੇ ਵੀ ਹੁੰਦੇ ਆ ਜਿਹੜੇ ਕਿਸੇ ਦੇਵਤਾਨੀ ਬਾਬੇ ਨੂੰ ਨਹੀਂ ਮੰਨਦੇ। ਹੁੰਦੇ ਆ ਕਿ ਨਹੀਂ ਹੁੰਦੇ? ਬੋਲ ਕੇ ਦੱਸੋ। ਹੁੰਦੇ ਆ ਜਾਂ? ਉਹ ਧੀਆਂ ਪੁੱਤਾਂ ਕਰਕੇ ਨਾ ਰੱਬ ਦੀ ਤੁਲਨਾ ਕਰੋ।
मैं तुम्हारे सामने सवाल रखिया, बेबे नानक के घर ना धी है ना पुत है। वो कह सकते थे ना गुरु नानक साहब को, गुरु नानक साहब का खुद रब का रूप से। इसलिए आप कहो बाबा नानक ने कृपा करके धी दे पुत दे, आप कहेंगे गुरु नानक साहब तो 5 साल बड़े ने बेबे नानक। ये तो माता गंगा जी को भेजा जा रहा आशीर्वाद लैने। एक गुरबिलास पातशाही 6वीं की देन है। गुरबिलास पातशाही 6वीं जी किताब है वो देन है साखियां। ਗਿਆਨੀ ਸੋਹਣ ਸਿੰਘ ਸੀਤਲ ਨੇ ਲਿਖਿਆ, ਉਹਦੇ ਜਦੋਂ ਇਤਿਹਾਸ ਸੁਣਾਉਣਾ ਤੇ ਪਹਿਲਾਂ ਬਾਣੀ ਦੀ ਕਸਵੱਟੀ ਤੇ ਪਰਖ ਲਿਓ, ਜੇ ਤੇ ਸਹੀ ਫਿੱਟ ਬਹਿੰਦਾ ਤੇ ਰੱਖਿਓ, ਜੇ ਨਹੀਂ ਫਿੱਟ ਬਹਿੰਦਾ ਤੇ ਛੱਡ ਦਿਓ। ਤੁਹਾਡਾ ਗੁਰੂ ਇਹ ਕਦੀ ਨਹੀਂ ਉਸਦਾ ਕਦੇ ਕੁਝ ਹੋਰ ਤੇ ਕਦਰ ਕਰੇ ਕੁਝ ਹੋਰ। ਇਹ ਸਾਖੀਆਂ ਗੁਰਬਿਲਾਸ ਪਾਤਸ਼ਾਹ 6ਵੀਂ ਦੀ ਦੇਣ ਹੈ। ਪੜ੍ਹ ਲਿਓ ਲਿਆ ਕੇ, ਇੱਕ ਵਾਰੀ ਪਤਾ ਲੱਗ ਜੂ ਤੁਹਾਨੂੰ ਵੀ ਕਿੱਥੇ ਕਿੱਥੇ ਕੀ ਸਾਡੇ ਜਨਾਲੇ ਪਾਏ ਹੋਏ। ਇਤਿਹਾਸਕ ਘਟਨਾ ਹੁਣ ਜਿਹੜੀ ਬਾਣੀ ਸਾਨੂੰ ਕਹਿੰਦੀ ਹੈ ਦੱਤਾ ਦਾਤਾ ਏਕ ਹੈ, ਅੱਗੇ ਬੋਲੋ ਸਭ ਕੋ ਦੇਵਨਾਰ। ਬਾਣੀ ਕਹਿੰਦੀ ਹੈ ਦਾਤਾ ਇੱਕੋ ਹੀ ਆ। ਸਾਡੇ ਕੀ ਕਹਿੰਦੇ ਫਲਾਣੇ ਥਾਂ ਤੋਂ ਪੁੱਤ ਮਿਲਦਾ, ਫਲਾਣੇ ਥਾਂ ਤੋਂ ਮੱਝਾਂ ਮਿਲਦੀਆਂ, ਫਲਾਣੇ ਥਾਂ ਤੋਂ ਗਾਵਾਂ ਮਿਲਦੀਆਂ, ਫਲਾਣੇ ਥਾਂ ਤੋਂ ਆਹ ਮਿਲਦਾ। ਅਸੀਂ ਤੇ ਦਾਤੇ ਪਤਾ ਨਹੀਂ ਕਿੰਨੇ ਬਣਾਉਂਦੇ। ਬਾਣੀ ਆਦੀ ਸਭ ਜਗ ਫਿਰ ਮੈਂ ਦੇਖਿਆ ਹਾਰ ਇੱਕੋ ਦਾਤਾ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਬਾਣੀਆਂ ਦੀ ਦਾਤਾ ਇੱਕ ਹੀ ਹੈ। ਅਸੀਂ ਇੱਟ ਪੁੱਦੇ ਆ ਦਾਤੇ ਨਿਕਲਦੇ ਤੇ ਕਈ ਕੋਈ ਕਿਤੇ ਬੈਠਾ ਦਾਤਾ, ਕੋਈ ਕਿਤੇ ਬੈਠਾ ਦਾਤਾ, ਕੋਈ ਦਾ ਮੇਰੇ ਕੋਲ ਲੈ ਜਾਓ। ਸਾਡੇ ਲੋਕ ਮੈਂ ਕਈ ਨਹੀਂ ਸੋਚਦਾ ਇਹਨਾਂ ਲੋਹਾ ਪੁੱਤਾਂ ਤਿਆਰ ਕਰਕੇ ਲੈ ਜਾਣਗੇ। ਚਲੋ ਬਾਬਾ ਜੀ ਕੋਲੋਂ ਝੋਲੀ 'ਚ ਸੇਬ ਪਵਾ ਲਿਆ, ਆਪੇ ਸੇਬ ਲੈ ਜਾਂਦੇ ਆ ਤੇ ਆਪੇ ਝੋਲੀ 'ਚ ਪਵਾ ਲਿਆਉਂਦੇ ਕਰਦੇ। ਅੱਛਾ ਘਰ ਜਵਾਕਾਂ ਨੂੰ ਖਾਣ ਨੂੰ ਦਿਓ। ਘਰ ਬਾਪੂ ਬੈਠਾ ਉਹ ਮਰਨੇ ਪਿਆ, ਟਾਈਫਾਈਡ ਉਹਨੂੰ ਹੋਇਆ, ਮਲੇਰੀਆ ਉਹਨੂੰ ਹੋਇਆ, ਡੇਂਗੂ ਉਹਨੂੰ ਹੋਇਆ, ਉਹ ਜਾਨ ਨੂੰ ਲਾਉਂਦਾ ਉਹ ਕਿਤੇ 2 ਫਰੂਟ ਲਿਆ ਦੋ, ਮੈਨੂੰ ਅੰਗੂਰ ਹੀ ਲਿਆ ਦੋ, ਕਹਿੰਦੇ ਤੇਰੇ ਲਈ ਹੈ ਨਹੀਂ। ਤੇ ਸਾਹਾਂ ਦੇ ਮਗਰ ਟੋਕਰੇ ਚੱਕੀ ਫਿਰਦੇ, ਉਹ ਸਗਨ ਲੱਗਣਾ ਹੁੰਦਾ ਸਾਹ। ਉਹ ਬੋਲੋ ਭਾਈ ਹੈ ਕਿ ਨਹੀਂ ਹੈ? ਕਈਆਂ ਬਾਬਿਆਂ ਦੇ ਡੇਰੇ 'ਚ ਫਰੂਟ ਵਾਧੂ ਪਿਆ ਤੇ ਬੂਟਾ ਇੱਕ ਵੀ ਨਹੀਂ ਫਰੂਟ ਦਾ। ਕਿੱਥੋਂ ਆਇਆ ਬਾਬਿਆਂ ਦੀ ਕਿਰਪਾ? ਮੱਝ ਇੱਕ ਵੀ ਨਹੀਂ, ਦੁੱਧ ਵਾਧੂ। ਤੇ ਏਦਾਂ ਹੀ ਬਾਬੇ ਵਿਆਹ ਨਹੀਂ, ਜਵਾਕ ਉੱਥੇ ਵਾਧੂ ਵਾਧੂ ਵੀ ਲੋਕਾਂ ਚੜਾਉਂਦੇ। ਆ ਜਿਹੜੀ ਉੱਥੇ ਲਗਾਰ ਕੁੜੀ ਫਿਰਦੀ ਵੀ ਲੋਕਾਂ ਚੜਾਈ ਹੈ। ਉਹ ਘਰ ਨੂੰ ਮੱਝਾਂ ਨੂੰ 2 ਪੱਠੇ ਪਾਉਂਦੇ, ਕਿਤੇ ਕਾਰੋਬਾਰ ਚਲਾਉਂਦੇ, ਕੋਈ ਮਿਹਨਤ ਮਸ਼ੱਕਤ ਕਰਦੇ। ਪਰ ਸਾਡਾ ਇਸ ਵੇਲੇ ਧਿਆਨ ਹੀ ਹੈ ਨਹੀਂ। ਬਾਬੇ ਵਿਆਹ ਨਹੀਂ ਕਰਾਇਆ, ਜਵਾਕ ਦੇ ਵਾਧੂ, ਮੱਝ ਬਾਬੇ ਕੋਲ ਹੈ ਨਹੀਂ, ਦੁੱਧ ਵਾਧੂ, ਫਰੂਟ ਦਾ ਬੂਟਾ ਹੈ ਨਹੀਂ, ਫਰੂਟ ਵਾਧੂ। ਬੋਲੀ ਜਾਓ ਅੱਗੇ, ਬਾਕੀ ਤੁਸੀਂ ਬੋਲੀ ਜਾਓ। ਬੜਾ ਕੋਈ ਤੁਹਾਨੂੰ ਪਤਾ ਹੋਣਾ, ਸਾਰੀ ਜ਼ਿੰਮੇਵਾਰੀ ਮੇਰੀ ਥੋੜਾ। ਤੁਸੀਂ ਜਾਓ ਅੱਗੇ ਕੀ ਕੀ ਹੈ ਸਾਰਾ ਕੁਝ। ਅਸੀਂ ਤੇ ਬੜਾ ਕੁਝ ਪਖੰਡਵਾਦ ਨੂੰ ਜਨਮ ਦੇਤਾ। ਜੇ ਪਿੰਡਾਂ ਵਿੱਚ ਸਾਡਾ ਮਾਹੌਲ ਹੁੰਦਾ ਵਧੀਆ, ਅਸੀਂ ਇਸ ਵੇਲੇ ਤੁਰਦੇ ਤੇ ਕਿੰਨੀ ਵਧੀਆ ਰਹਿਣੀ ਬਹਿਣੀ ਸਾਡੀ ਸਮਾਜ ਵਿੱਚ। ਆ ਕਿੰਨੇ ਸੋਹਣੇ ਗੁਰਦੁਆਰੇ ਬਣੇ ਆ, ਰੋਜ਼ ਏਦਾਂ ਗੁਰਦੁਆਰੇ ਸਿਰੇ ਭਰੇ ਹੋਣ। ਆਪਣੇ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਸ਼ਬਦ ਦੀ ਵਿਚਾਰ ਸੁਣ ਕੇ ਜਾਈਏ। ਅਸੀਂ ਇਹ ਤਿਆਰ ਹੋਈਏ। ਹਰ ਕੋਈ ਭੇਖੀ ਬੰਦਾ ਪਿੰਡ 'ਚ ਕਿੱਦਾਂ ਗਰਾਈ ਕਰਨਾ ਨਹੀਂ ਕੋਈ। ਅਗਲੇ ਨੂੰ ਕਹਾਂਗੇ ਭਰਾਵਾ ਇਕੱਲੇ ਪਿੰਡ ਦਾ ਪੈਸਾ ਅਸੀਂ ਆਪਣੇ ਪਿੰਡਾਂ ਦੀ ਉਸਾਰੀ ਤੇ ਲਾਉਣੇ ਆ। ਰਾਜਾ ਅਸੀਂ ਆਪਣੇ ਪਿੰਡ 'ਚ ਇੱਕ ਸਿਸਟਮ ਬਣਾਇਆ ਵੀ ਕੱਲਾ ਪੈਸਾ ਅਸੀਂ ਪਿੰਡ ਦੀ ਉਸਾਰੀ ਤੇ ਲਾਵਾਂਗੇ, ਕਿਸੇ ਲੋੜਵੰਦ ਦੀ ਗਰੀਬ ਦੀ ਧੀ ਦੇ ਵਿਆਹ ਤੇ ਲਾਵਾਂਗੇ, ਕਿਸੇ ਮਰੀਜ਼ ਦੇ ਖਰਚੇ ਤੇ ਲਾਵਾਂਗੇ। ਹੋ ਸਕਦਾ ਸੀ ਬੜਾ, ਪਰ ਇਸ ਵੇਲੇ ਸਾਡਾ ਧਿਆਨ ਹੈ। ਬਾਦਸ਼ਾਹ ਜੀ ਨੇ ਇੱਥੋਂ ਗੱਲ ਲੱਭ ਕੀਤੀ ਸੀ ਕਿ ਏਦਾਂ ਜ਼ਿੰਦਗੀ ਜਿਉਣੀ ਸ਼ੁਰੂ ਕਰੋ, ਪਰ ਅਸੀਂ ਦੂਜੇ ਬੰਨੇ ਤੁਰ ਪਏ। ਸਤਿਕਾਰਯੋਗ ਬਾਬਾ ਬੁੱਢਾ ਜੀ ਦੀ ਆਪਾਂ ਗੱਲ ਕਰ ਰਹੇ ਸੀ, ਉਹਨਾਂ 'ਚ ਬਹੁਤ ਜ਼ਿਆਦਾ ਗੁਣ ਸੀ। ਸਾਡੇ ਉੱਤੇ ਮੈਂ ਦੇਖਿਆ ਕਿ ਮੈਂ ਜਦੋਂ ਕੈਨੇਡਾ ਗਿਆ ਤੇ ਕੈਨੇਡਾ ਟੋਰਾਂਟੋ, ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਗੁਰਦੁਆਰਾ ਬਣਾਇਆ। ਤੇ ਮੈਂ ਕਿਹਾ ਬਾਬਾ ਬੁੱਢਾ ਜੀ ਕੈਨੇਡਾ ਆਏ ਸੀ, ਸੌਖਾ ਹੀ ਕੰਮ, ਗੁਰਦੁਆਰਾ ਬਣਾ ਕੇ ਰੱਖਣਾ ਬਾਬਾ ਬੁੱਢਾ ਜੀ। ਲੋਕ ਉੱਥੇ ਸੁਪਨਾ ਸੁੱਕੀ ਜਾਂਦੇ। ਉਹਨਾਂ ਦੀ ਕਿਤੇ ਭੁੱਲ ਭੁਲੇਖੇ ਮੈਨੂੰ ਸੱਦ ਲਿਆ ਕਥਾ ਕਰਦੀ, ਤੇ ਭੁੱਲ ਭੁਲੇਖੇ ਹੁੰਦਾ ਜਿਵੇਂ ਤੁਸੀਂ ਭੁੱਲ ਭੁਲੇਖੇ ਸੱਦ ਲਿਆ। ਜਿਨ੍ਹਾਂ ਬੰਦਿਆਂ ਨੂੰ ਸਾਡੀਆਂ ਗੱਲਾਂ ਚੰਗੇ ਲੱਗਦੇ ਉਹ ਕਹਿੰਦੇ ਭੁੱਲ ਭੁਲੇਖੇ ਸੱਦ ਲਿਆ, ਭਰਾਵਾ ਗੱਲਾਂ ਸਾਨੂੰ ਕਿਤੇ ਗੋਡੇ ਵੱਜਦੀਆਂ। ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਦੁਬਾਰਾ ਫੋਨ ਕਰ ਲੈਂਦੇ, ਜਿਹਨਾਂ ਨੂੰ ਨਹੀਂ ਫਿੱਟ ਬਹਿੰਦੀਆਂ ਅੱਗੇ ਤੁਸੀਂ ਬੋਲਦੇ ਹੋ ਉਹ ਜਾਣ ਲੱਗਿਆ ਪ੍ਰਬੰਧਕਾਂ ਨੂੰ ਕਹਿ ਜਾਂਦੇ ਵੀ ਇਹ ਬੰਦਾ ਦੁਬਾਰਾ ਨਹੀਂ ਆਉਣਾ ਚਾਹੀਦਾ। ਉਹਨਾਂ ਭੁੱਲ ਭੁਲੇਖੇ ਮੈਨੂੰ ਸੱਦ ਲਿਆ। ਮੈਂ ਉੱਥੇ ਗਿਆ ਤੇ ਉੱਥੇ ਤੇ ਰਹਿਸ਼ੀ ਕਮਰੇ ਬਣੇ ਹੋਏ, ਪਰਿਵਾਰ ਆਣ ਕੇ ਰਹਿੰਦੇ। ਮੈਂ ਕਿਹਾ ਕੀ ਸਿਸਟਮ ਹੈ? ਕਹਿੰਦੇ ਇੱਥੇ ਪਾਠ ਸੁਖਣਾ ਸੁੱਖਦੇ ਲੋਕ। ਮੈਂ ਕਾਹਦੇ ਲਈ? ਕਹਿੰਦੇ ਬਾਬਾ ਬੁੱਢਾ ਜੀ ਨਾਂ ਦੇ ਗੁਰਦੁਆਰਾ ਇੱਥੇ
ਕਮਾਲ ਦੀ ਗੱਲ ਹੈ, ਸਾਡੇ ਬੰਦੇ ਟਲਦੇ ਨਹੀਂ। ਇੱਥੋਂ ਜਾ ਕੇ ਉੱਥੇ ਗੋਰਿਆਂ ਦੇ ਦੇਸ਼ ਵੀ, ਹੁਣ ਜੇ ਗੋਰਿਆਂ ਨੂੰ ਪਤਾ ਲੱਗ ਜਾਏ ਵੀ ਇਹ ਇੱਥੇ ਵੀ ਗੰਢੇ ਦੇ ਜਾਂਦੇ ਆ, ਸੋਚ ਕੇ ਵੇਖੋ ਸਾਡੇ ਹਾਲਾਤ ਕਿੱਦਾਂ। ਅਸੀਂ ਸੁਧਰਦੇ ਥੋੜਾ ਕਿਤੇ। ਉਹ ਸਾਡੇ ਜਿਹੜੇ ਸਾਡੇ ਲੱਛਣ ਇਹਦੇ ਮਾੜੇ ਆ ਵੀ ਅਸੀਂ ਹਰ ਥਾਂ ਤੇ ਪਖੰਡ ਨਾਲ ਲੈ ਕੇ ਜਾਂਦੇ, ਤੇ ਸਾਡੇ ਲੋਕ ਧੀਆਂ ਨਾਲੋਂ ਵੱਧ ਪੁੱਤਾਂ ਹੱਥੋਂ ਪੀੜਤ ਆ। ਤੇ ਫਿਰ ਵੀ ਅੱਛਾ ਪੁੱਤ ਆਖੇ ਲੱਗਦਾ ਬੀਬੀ ਨੂੰਹ ਨੂੰ ਪੋਤਰਾ ਕਹੀ ਜਾਂਦੀ, ਪੋਤਰਾ ਹੋਣਾ ਚਾਹੀਦਾ। ਜੇ ਉਹ ਅੱਗੇ ਆ ਕੇ ਵੀ ਤੇਰੇ ਜਵਾਬ ਨੇ ਕਿਹੜਾ ਰੰਗ ਲਾਸਤੇ ਜਿਹੜਾ ਤੂੰ ਤੇਰੀ ਪੋਤਰਾ ਚਾਹੀਦਾ। ਜੇ ਅੱਗੇ ਨੂੰਹਾਂ ਬੋਲ ਪੈਣ, ਮੰਨ ਲਓ ਵੀ ਇੱਕ ਪੁੱਤ ਲਿਆ, ਦੂਜਾ ਕਰਦਾ ਨਸ਼ਾ, ਤੇ ਮਾਸ ਨੂੰਹ ਨੂੰ ਕਹਿੰਦੀ ਧੀ ਨਹੀਂ ਚਾਹੀਦੀ, ਪੁੱਤ ਚਾਹੀਦਾ। ਉਹ ਕਵੇ ਅੱਧੀ ਰਾਤ ਨੂੰ ਜਾਗਦੀ ਰਹਿੰਦੀ ਆ ਬੇਬੇ ਉਹਦੇ ਪੁੱਤ ਕਰਕੇ, ਤੇ ਮੈਨੂੰ ਕਹਿੰਦੀ ਆ ਫੇਰ ਪੁੱਤ ਚਾਹੀਦਾ। ਜੇ ਧੀ ਆ ਗਈ ਤੇ ਮੇਰਾ ਕੀ ਕਸੂਰ ਵਾ? ਇਹ ਸਮਾਂ ਆਉਣਾ, ਇੱਕ ਦਿਨ ਧੀਆਂ ਨੂੰ ਬੋਲਣਾ ਪੈਣਾ ਇਸ ਵਿਸ਼ੇ ਦੇ ਉੱਤੇ। ਤੇ ਮੈਂ ਭੈਣਾਂ ਨੂੰ ਤਾਂ ਕਹਿਣਾ ਨਾ, ਭੈਣੋ ਆਪਣੀ ਜ਼ਿੰਦਗੀ 'ਚ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਅਰਥਾਂ ਸਹਿਤ ਪੜ੍ਹ ਲਓ, ਕਮ ਸੇ ਕਮ ਘਰ 'ਚ ਗੱਲਾਂ ਕਰਨ ਜੋਗੀਆਂ ਤੇ ਹੋਜੋਗੇ। ਬਾਣੀ ਆ ਕੇ ਤੁਸੀਂ ਬੁਝੋੜ ਕਰ ਰਹੇ। ਜੇ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਇੱਕ ਪ੍ਰਣ ਕਰ ਲਓ ਆਪਣੀ ਜ਼ਿੰਦਗੀ। ਜਿਨ੍ਹਾਂ ਨੇ ਅਜੇ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ, ਤੁਸੀਂ ਰੋਜ਼ ਦਾ 2-4 ਅੰਕ ਵੀ ਪੜ੍ਹੋ, 2-3 ਮਹੀਨਿਆਂ ਬਾਅਦ ਇੱਕ ਪਾਠ ਦੀ ਸਮਾਪਤੀ ਹੋ ਜਾਏ, ਫਿਰ ਪਾਠ ਸ਼ੁਰੂ ਕਰ ਦਿਓ। ਕਮ ਸੇ ਕਮ ਤੁਹਾਨੂੰ ਪਤਾ ਤੇ ਤੁਹਾਡੇ ਅੱਖਾਂ ਖਾਣੀ ਬਾਣੀ ਲੰਘੀ ਹੋਊਗੀ। ਬਾਣੀ ਪੜ੍ਹੋਗੇ ਤੁਹਾਡਾ ਮਨੋਬਲ ਵਧੇਗਾ। ਬੰਦਾ ਦਿਖਦਾ ਹੀ ਨਹੀਂ ਫਿਰ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ दी हार। प्रभ की बाणी सब को बोले आप अडो कब हूं तब तेरू सतगुर की बाणी ने अंदरों मजबूत। देखो डोलदा बंदा कितना मन की है, मन विचार जो तुम देखिया ना, जो बंदा कोई नर्वस जहा हो आप लागे चंगे विचार करके एकदम बंदा कायम नहीं हो जाता। तो बाणी विचार आ जो अंदर विचार जाते हैं, एक बंदा कायम होंगे, बंदा तगड़ा होंगे। जो हम मान लो किसी के घर 20-22 साल के पुत की डेथ हुई हो, पुत हो कला कला ऐ डिग्गा जा बैठा हो, नटाल जा होकर बैठा हो, हाए दुनिया खत्म है बस, वो लागे कोई गल करे भलिया गुरु गोबिंद सिंह 4 साहिबजादे से 4 जो का संस्कार नहीं किया, पर चढ़ती कला च रहे, हौसले बुलंद रखे। 4 साल 7 महीने के साहिबजादे का दिल करके बंदा सिंह बहादुर के मूँह च पाया गया। जो 4 साखियां के पानी की गल सुनाई, एकदम बंदा कायम नहीं होगा, कहता हूँ नहीं मारना, मैं जीव के लोगों का भला कर। सतगुर की बाणी बंदे नूं अंदरों कायम करती है, पर जे को बाणी मन करके पढ़े तो जे सिर्फ इतों उतों करूड़ियां ही करे फिर हड़का बिलोव ना बिलोवो मेरे भाई, बिलोवो मेरे भाई, सहज बिलोव जैसे दत्त। घर च मावां नूं पता हुण तां गां हौली हौली रिवाज बदलदा जांदा। जो घर च अपने साझियां घरां च आपां दही जमाउने आ, दुੱਧ नूं चार लाउने, दही बन गया। हुण जिहड़ा दुੱਧ नूं जदों दही नूं जदों रिड़कणा वो भी एक तरीका है भी आम तुसीं किसी अनट्रेन किसी बीबी नूं जां अनट्रेन बंदे नूं तुसीं कहो भी तूं दही रिड़क दे, किदां रिड़कूगा? उहनूं पता ही नहीं। बड़े तरीके नाल भी ऐ मक्खण का पेड़ा उत्ते लस्सी दे उत्ते तरदा हुंदा। तो जे बंदा करे तो योर वाला काम है, योर ना जान तो चाटी का बचना दही बाहर कढ़ दू, तो जा चाटी को ला के बेबे बोलू वे वीरा वे मेरी भैन इदा ना कर। ये योर वाला काम नहीं, तंगी वाला काम है। प्यार ना प्यार भी मक्खन लस्सी दे विच ना रले, ऐ उत्ते तरदा होना, कढ़ के पासे रख लेना, ਇਹਦਾ फिर क्यों ਬਣਾਉਣਾ? ਇਹਦੇ सतगुर की बाणी है, समझण का विषय है। ਅਸੀਂ ਪਾਠਾਂ ਦੇ ਜੋੜ ਦਾ 101 ਅਖੰਡ ਪਾਠ, 102 ਅਖੰਡ ਪਾਠ, 500 ਅਖੰਡ ਪਾਠ ਆਉਂਦੇ। ਏਦਾਂ ਹੋ ਰਿਹਾ ਕਿ ਤੁਹਾਡੇ ਪਾਠ ਇੱਕ ਕਰਾਓ 100 ਸੁਣੋ, 100 ਜਣਾ ਸੁਣ ਲਓ। ਅਸੀਂ 100 ਅਖੰਡ ਪਾਠ ਕਰਾਉਂਦੇ ਆ, ਸੁਣ ਲਓ 1 ਵਜੇ ਹੁੰਦਾ ਪਾਠ। ਤੁਸੀਂ ਇੱਕ ਕਰਾਓ ਨਹੀਂ ਕਰੋ, ਇੱਕ ਪਾਠ ਰਲ ਕੇ ਸ਼ੁਰੂ ਕਰ ਦਿਓ। ਇਹ ਲਹਿਰ ਆਰੰਭ ਕਰਨ ਦੀ ਲੋੜ ਹੈ ਵੀ ਜੇ ਤੁਸੀਂ ਪਾਤਸ਼ਾਹ ਦਾ ਕੋਈ ਦਿਨ ਮਨਾਉਣਾ ਤੇ ਇੱਕ ਸਾਂਝਾ ਸਹਿਜ ਪਾਠ ਪਿੰਡ 'ਚ ਆਰੰਭ ਕਰ ਦਿਓ। ਗੁਰਦੁਆਰੇ ਲਾਗੇ ਕਾਪੀ ਖਾਲੀ ਰੱਖ ਦਿਓ, ਅੱਜ ਫਲਾਣਾ ਬੰਦਾ 3 ਅੰਕ ਕਰ ਗਿਆ, ਫਲਾਣਾ ਬੰਦਾ 4 ਅੰਕ ਕਰ ਗਿਆ, ਫਲਾਣਾ ਬੰਦਾ 5 ਅੰਕ ਕਰ ਗਿਆ। ਇਹ ਲਹਿਰ ਸ਼ੁਰੂ ਕਰ ਦਿਓ। ਕਿਸੇ ਦੇ ਘਰ ਪੁੱਤਰ ਧੀ ਦਾ ਨਾਮ ਕਰਦੇ ਭਾਈ 10 ਦਿਨ ਪਹਿਲਾਂ ਸਹਿਜ ਪਾਠ ਕਰ ਆਰੰਭ ਕਰ ਦਿਓ। कम से कम 2 अखर गुरु की बाणी पढ़ोगे, समझ आओ कोई। वेला मन शैतान का घर है,
ਜਦੋਂ ਤੁਹਾਡਾ ਤੁਸੀਂ ਆਪਣੇ ਮਨ ਨੂੰ ਅੱਜ ਲੋਕ ਪਖੰਡ ਕਿਉਂ ਕਰਦੇ ਆ? ਸਾਡੇ ਕੋਲ ਕੰਮ ਕਰਨ ਨੂੰ ਹੈ ਨਹੀਂ। ਕੋਈ ਉੱਥੇ ਬੰਦਾ 4 ਬੰਦੇ ਬੈਠੇ ਤਾਸ਼ਾਂ ਖੇਡ ਰਿਹਾ, ਕੋਈ ਉੱਥੇ ਬੰਦਾ ਹੇੜੜ ਕਰ ਰਿਹਾ, ਜਿਹੜੇ ਇੱਧਰ ਨਹੀਂ ਕਰਦੇ ਉਹ ਰਹਿ ਗਏ ਤੁਰੇ ਫਿਰਦੇ। ਸੱਚਾਈ ਤੇ ਇਹੋ ਹੀ ਆ ਨਾ, ਕੰਮ ਕਰਨ ਵਾਲਾ ਬੰਦਾ ਜਿਹੜਾ ਬਿਜ਼ੀ ਬੰਦਾ, ਉਹਨੂੰ ਕੋ ਆਪਣੇ ਘਰ ਚੋਂ ਕੰਮ ਚੋਂ ਬਾਹਰ ਕੱਢ ਕੇ ਵਿਖਾ ਦੇ, ਹੁੰਦਾ ਨਾ ਭਰਾਵਾ ਜੋ ਕਮਾਉਣਾ ਉਹ ਖਾਣਾ। ਤੁਸੀਂ ਦੇਖੋ ਕਿਸਾਨਾਂ ਦੀਆਂ ਰੈਲੀਆਂ ਜਾਣ ਲੱਗਿਆ ਬੰਦੇ ਕੋਲ 36 ਬਹਾਨੇ ਆ, ਤੇ ਲੀਡਰਾਂ ਦੀਆਂ ਰੈਲੀਆਂ ਜਾਣ ਲੱਗਿਆ ਬਹਾਨਾ ਹੈਗਾ ਕੋਈ। ਸਾਡੇ ਨਾਲ ਇਹੋ ਕਹਿਣਾ ਨਹੀਂ ਚਾਹੀਦਾ, ਪਰ ਹਰਿਆਣੇ ਵਾਲਾ ਨਾਸੀ ਧੂੰ ਦਿੱਤਾ ਪਿਆ BJP ਦੀ ਸਰਕਾਰ ਆ। ਇਹ ਲਫ਼ਜ਼ ਮੈਂ ਕਹਿ ਰਿਹਾ, ਉਹਨਾਂ ਦੀ ਨਾਸੀ ਧੂੰ ਦਿੱਤਾ ਪਿਆ ਲੀਡਰਾਂ ਦੀ। BJP ਦੀ ਸਰਕਾਰ ਕਿਹਦੀ ਭਲਾ? ਉੱਚੀ ਬੋਲੋ ਭਾਈ। ਕਾਂਗਰਸ ਸਰਕਾਰ। ਇੱਥੇ ਝੰਡੇ ਚੱਕੀ ਫਿਰਦੇ ਅਸੀਂ, ਕੋਈ ਕਾਲੀਆਂ ਦਾ ਚੱਕੀ ਫਿਰਦਾ, ਕੋਈ ਆਮ ਪਾਰਟੀ ਦਾ ਚੱਕੀ ਫਿਰਦਾ, ਕੋਈ ਕਾਂਗਰਸ ਦਾ ਚੱਕੀ ਫਿਰਦਾ। ਮੈਂ ਤਿੰਨਾਂ ਦਾ ਤਾਂ ਨਾਂ ਲੈਣਾ ਵੀ ਜਿਹਦਾ ਮੈਂ ਨਾਂ ਨਾ ਲਿਆ ਤੁਹਾਡੇ ਚੋਂ ਕਹਿਣਾ ਵੀ ਇਹ ਬੰਦਾ ਉਹਦਾ ਹੋਣਾ। ਉਹ ਬੋਲੋ ਭਾਈ, ਮੈਂ ਤਾਂ ਤਿੰਨਾਂ ਦਾ ਨਾਂ ਲਿਆ, ਫੁੱਲ ਵਾਲੇ ਦਾ ਲੈ ਦੇਣਾ ਵਿੱਚ BJP ਦੀ। ਅੱਜ ਹੈਗਾ ਕਿ ਨਹੀਂ ਹੈਗਾ? ਸਾਨੂੰ ਤਾਂ ਦੇਖੋ ਪੰਜਾਬ ਦਾ ਮੱਥੇ ਸਿਹਰਾ ਸੀ। ਅੱਜ ਜਦੋਂ ਅਸੀਂ ਹਰਿਆਣੇ ਦੀ ਗੱਲ ਕਰਦੇ ਅਗਲੇ ਕਹਿੰਦੇ ਆ, ਉਹ ਕਹਿੰਦੇ ਠੀਕ ਹੈ ਪੰਜਾਬ ਤੋਰੇ, ਪਰ ਤੁਸੀਂ ਜਦੋਂ ਰੈਲੀਆਂ ਜਾਂ ਜਿਹੜੇ ਕੱਠ ਵੇਖਦੇ ਸੀ, ਮੰਡੀਰ ਤੁਰੀ ਫਿਰਦੀ, ਮੈਂ ਮੰਡੀਰ ਸ਼ਬਦ ਬੋਲਦਾ, ਮੰਡੀਰ ਹੀ ਹੈ। ਪਕੌੜਿਆਂ ਤੇ ਜਲੇਬੀਆਂ ਤੇ ਅਗਲੇ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਨਹੀਂ ਕਰਦੇ। ਲੱਖ ਦੀ ਲਾਹਨਤ ਇਹੋ ਜਿਹੇ ਬੰਦਿਆਂ ਦੇ ਜੰਮਣ ਤੇ ਕੀ ਥੋੜਿਆ ਸੀ ਅਜੇ। ਪ੍ਰਚਾਰਕਾਂ ਮੈਂ ਗੁਰੂ ਦੀ ਹਜ਼ੂਰੀ ਤੇ ਗੱਲ ਕਹਿੰਦਾ ਕਿ ਉਹਨਾਂ ਦੀਆਂ ਘਰ ਵਾਲੀਆਂ ਸ਼ਾਮ ਨੂੰ ਪੁੱਛਦੀਆਂ ਨਹੀਂ ਤੂੰ ਕਿੱਥੋਂ ਮੂੰਹ ਚੁੱਕ ਕੇ ਆਇਆ? ਦਿੱਤਾ ਕਿ ਤੁਹਾਨੂੰ ਲੀਡਰਾਂ ਨੇ ਅੱਜ ਤੱਕ 600 ਤੋਂ ਵੱਧ ਲਾਸ਼ਾਂ ਪੰਜਾਬ 'ਚ ਆ ਚੁੱਕੀਆਂ ਨੇ, ਅਸੀਂ ਫੇਰ ਲੀਡਰਾਂ ਦੇ ਝੰਡੇ ਚੱਕੀ ਫਿਰਦੇ। ਅਜੇ ਅਸੀਂ ਗੁਰੂ ਪਾਤਸ਼ਾਹ ਦੀ ਗੱਲ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਪੁੱਤ ਬਾਰੇ, ਉਹ ਪਾਤਸ਼ਾਹ ਉਹ ਤਾਂ 4 ਸਾਹਿਬਜ਼ਾਦੇ ਕਿੰਨੇ ਸਾਲ ਪਹਿਲਾਂ ਤੁਸੀਂ ਸਾਡੇ ਤੋਂ ਕੁਰਬਾਨ ਕੀਤੇ। ਇਹ ਤਾਂ ਸਾਡੇ ਸਾਹਮਣੇ ਮਾਵਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਈਆਂ। ਅਸੀਂ ਇੰਨੇ ਬੇਗੈਰ ਦੇ ਲੋਕ ਫੇਰ ਲੀਡਰਾਂ ਦੀਆਂ ਚੱਪਲਾਂ ਚੱਕੀ ਜਾਂਦੇ। ਮੰਨ ਕੇ ਚਲੋ ਕਿਹੋ ਜਿਹੇ ਬੰਦੇ ਜਦੋਂ ਮਰ ਵੀ ਗਏ ਨਾ, ਅਫਸੋਸ ਨਾ ਕਰੇ। ਪਤਾ ਕਿਉਂ? ਲੋਕਾਂ ਕਹਿਣਾ ਮਰਦੇ ਪਹਿਲੇ ਗਿਆ ਸੀ ਜਦੋਂ ਲਾਸ਼ ਨਹੀਂ ਕਰਦੀ ਸੀ। ਜ਼ਮੀਰ ਦਾ ਮਰਨਾ ਹੁੰਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇੱਕ ਮਿੰਟ ਕਰੋ। ਮੈਂ ਕਹਿੰਦਾ ਪਿੰਡਾਂ 'ਚ ਏਦਾਂ ਦੀ ਵਿਉਂਤਬੰਦੀ ਹੋਵੇ ਜੋ ਪਿੰਡ 'ਚ ਟਰਾਲੀ ਤੁਰ ਲੱਗੇ, ਪਿੰਡ 'ਚ ਵੀ ਪੁੱਛਿਆ ਜਾਵੇ ਕਿੱਥੇ ਚੱਲੇ ਆ, ਗੱਡੀ ਤੁਰ ਲੱਗੇ ਕਿੱਥੇ ਚੱਲੇ? ਸ਼ਰਮ ਹੈ ਮਾੜੀ ਮੋਟੀ? ਘੇਰੇ ਸਾਡੇ ਵੀਰਾਂ ਨੇ ਕਈਆਂ ਪਿੰਡਾਂ 'ਚ ਵੇਖਿਆ ਨਾ, ਉਹ ਪੁੱਛਦੇ ਆ। ਪਿੰਡਾਂ 'ਚ ਜਿਹੜੇ ਨਹੀਂ ਜਾ ਸਕਦੇ ਕਿਸਾਨੀ ਅੰਦੋਲਨ 'ਚੋਂ, ਇੱਥੇ ਆਪਣੀਆਂ ਸੇਵਾਵਾਂ ਇੱਥੇ ਨਿਭਾਓ। ਅਗਲਿਆਂ ਵੇਖ ਲਓ ਕੀ ਹਾਲ ਕਰਤਾ। ਜੇ SDM ਨੇ ਬਿਆਨ ਦਿੱਤਾ ਤੇ ਕਿੱਦਾਂ ਮੇਰੀ ਲਿਆਂਦੀ ਹੈ। ਜੇ ਇੱਕ SHO ਨੇ ਇਹ ਹਰਕਤ ਕੀਤੀ, ਅਗਲਿਆਂ ਉਹਦੇ ਘਰ ਦੇ ਬਾਹਰ ਧਰਨਾ ਲਾ ਕੇ ਨਾ ਪਿੰਡ ਨੇ ਬਾਈਕਾਟ ਕਰਤਾ। ਪਿੰਡ ਨੇ ਵੇਖ ਲਈ ਹੋਣੀ ਤੇਰੀ ਹਿੰਮਤ ਕਿੱਦਾਂ ਪਈ? ਤੂੰ ਆਪਣੇ ਭਰਾਵਾਂ ਤੇ ਉਹ ਤਾਂ ਜਿਵੇਂ ਡਿਊਟੀ ਕਰਦੇ ਆ। ਉਹ ਜੇ ਤੁਸੀਂ ਇਹੋ ਡਿਊਟੀ ਨਸ਼ੇ ਦੀਆਂ ਤਸਕਰੀਆਂ ਕਰਨ ਵਾਲਿਆਂ ਤੇ ਕੀਤੀ ਹੁੰਦੀ, ਮਾਵਾਂ ਦੇ ਪੁੱਤ ਮਰਦੇ ਨਾ, ਇੱਥੇ ਭੈਣਾਂ ਵਿਧਵਾ ਨਾ ਹੁੰਦੀਆਂ। ਜੇ ਵਾਕਿਆ ਇਹ ਡਿਊਟੀ ਸੀ ਤੇ ਨਸ਼ੇ ਵੇਚਣ ਵਾਲਿਆਂ ਵੇਲੇ ਕਿਉਂ ਨਹੀਂ ਕੀਤੀ? ਕਿਉਂ ਡਿਊਟੀ ਨਹੀਂ? ਬੋਲੋ ਭਾਈ। ਇਹਦਾ ਮਤਲਬ ਗੱਲ ਆ ਸਰਕਾਰ ਦੀ ਡਿਊਟੀ ਨਹੀਂ ਹੈ। ਡਿਊਟੀ ਕਾਹਦੀ ਕੀਤੀ ਜਾ ਰਹੀ ਹੈ? ਮੰਤਰੀਆਂ ਦੀ। ਮੰਤਰੀ ਸੱਚਾਈ ਇਹ ਸਾਡੇ ਬਾਬੇ ਨੇ ਥੋੜਾ ਕਦੀ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਦਿਖਾਏ ਬੈਠੇ ਸੁੱਤੇ ਜਾਕਰ ਲੈਂਦਾ ਪਾਇਨ ਖਾਓ ਰੱਤ ਪਿੱਤ ਕੁੱਤੇ ਹੋ ਚੱਕ ਜਾਓ। ਕੁੱਤਾ ਸ਼ਬਦ ਕਿਸ ਨੂੰ ਕਹਿਣਾ? ਪਰ ਬਾਬੇ ਨਾਨਕ ਨੇ ਕਿਹੜੀਆਂ ਕਿਸੇ ਨੂੰ ਮੁੱਦਾ ਲੈਣੀਆਂ ਸੀ ਤੂੰ ਗੁੱਸਾ ਕਰ ਨਹੀਂ ਚੰਗੀ ਲੱਗਦੀ, ਜੋੜੀ ਕੇ ਤੁਰਪਾ ਫੜਾ ਦੇ ਨਹੀਂ ਚੰਗੀ ਲੱਗਦੀ। ਤੂੰ ਕਿਹੜਾ ਮੇਰੇ ਬੂਥ ਚੋਂ 2 ਵੋਟਾਂ ਬਾਹਰ ਕੱਢ ਲੈਂਦਾ? ਨਹੀਂ ਪਾਏਗਾ, ਤੇਰੀ ਮਰਜ਼ੀ। ਜਿਹੜੀ ਗੱਲ ਸੱਚਾਈ ਹੈ, ਸੱਚ ਤਾਂ ਕਹਿੰਦੇ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਅੱਜ ਕਈ ਕਹਿੰਦੇ ਫਲਾਣੇ ਥਾਂ ਤੇ ਭੀੜ ਬੜੀ ਹੈ, ਕੁਝ ਨਾ ਕੋਈ ਤੇ ਉੱਥੇ ਹੈਗਾ ਤਾਂ ਹੀ ਲੋਕ ਜਾਂਦੇ ਇੱਥੇ ਕਿਹਨਾਂ। ਜਿਹੜੇ ਬਾਬਿਆਂ ਦੇ ਜ਼ਿਆਦਾ ਇਕੱਠ ਹੁੰਦਾ ਲੋਕ ਕੀ ਆਦੇ ਭਲਾ? ਕੁਝ ਨਾ ਕੋਈ ਤੇ ਹੈਗਾ ਹੀ ਹੈ ਨਾ। ਜਾਂ ਕੋਈ ਲੋਕ ਲਾਡੀ ਸ਼ਾਹ ਤੁਰੇ ਫਿਰਦੇ, ਜਿੱਥੇ 4 ਦਿਨ ਪਹਿਲਾਂ ਗੁਰਦਾਸ ਮਾਨ ਨੇ ਖੱਚ ਮਾਰੀ ਸੀ। ਉਹ ਬੋਲੋ ਭਾਈ, ਤੁਰਨ ਦੇ ਲੋਕ ਸੱਪ ਦੇ ਬਾਹਰ ਬੜੇ ਬੜੇ ਫਿਰਦੇ ਆ, ਸੱਪ ਨੂੰ ਪੂਜੀ ਜਾਂਦੇ ਆ। ਕੀ ਸੱਪ ਗੁਰੂ ਆ ਕਿਸੇ ਦਾ? ਆ ਜਿਹੜੇ ਲੋਕ ਗੁੱਗਾ ਪੂਜਦੇ ਆ, ਸੱਪ ਦੇ ਮਗਰ ਹੀ ਦੁੱਧ ਲਈ ਫਿਰਦੇ ਆ। ਕੌਣ ਕਮੜਾ ਸਮਝਾਵੇ ਇਹਨਾਂ ਨੂੰ ਕਿ ਭਲਿਓ ਸੱਪ ਦੁੱਧ ਨਹੀਂ ਪੀਂਦਾ?
ਪਰ ਉਹਦੇ ਮਗਰ ਦੁੱਧ ਲਈ ਫਿਰਦੇ। ਜੇ ਕਿਤੇ ਉਹ ਕੁੱਤਾ ਬਾਹਰ ਆ ਜੇ ਤੇ ਫਿਰ ਦੁੱਧ ਦਾ ਡੱਬਾ ਛੱਡ ਕੇ ਭੱਜ ਪੈਣਾ। ਪਹਿਲਾਂ ਤੁਸੀਂ ਪ੍ਰਗਟ ਕਰਦੇ ਫਿਰਦੇ ਸੀ, ਹੁਣ ਜੇ ਬਾਹਰ ਆ ਗਿਆ ਤੇ ਫਿਰ ਤੁਸੀਂ ਦੂਜੇ ਬੰਦੇ ਹੋ ਜਾਂਦੇ। ਕਿੱਥੋਂ ਕੀ ਇਕੱਠ ਦੀ ਗੱਲ ਕਰੋਗੇ, ਜਿਆਦੀ ਭੀੜ ਦੀ ਗੱਲ ਕਰੋਗੇ? ਕਿਸਾਨ ਨੂੰ ਵੀ ਇਸ ਗੱਲ ਦਾ ਪਤਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਮੱਖਣ ਲਿਆ ਮਰੋੜ ਕੇ ਸ਼ਾਹ ਛੁੱਟੜ ਹੋਈ। 5 ਕਿਲੋ ਦੁੱਧ ਨੂੰ ਜਾਗ ਲਾਈਏ, 5 ਕਿਲੋ ਦੁੱਧ ਨੂੰ ਜਾਗ ਲਾਈਏ, ਦਹੀਂ ਬਣਦਾ। ਦਹੀਂ ਨੂੰ ਰਿੜਕੀਏ ਤੇ ਵਿੱਚੋਂ ਮੱਖਣ ਵੱਖਰਾ ਕਰਨਾ, ਲੱਸੀ ਵੱਖਰੀ ਕਰਨੀ। ਹੁਣ ਜਿੰਨੀ ਲੱਸੀ ਨਿਕਲੀ ਆ ਉਹਨਾਂ ਮੱਖਣ ਵੀ ਨਿਕਲਿਆ ਵਿੱਚੋਂ। ਗਿਣਤੀ ਮੁਤਾਬਕ ਤਾਂ ਲੱਸੀ ਦੀ ਜਾਂਦੀ ਹੈ ਤੇ ਮੱਖਣ ਤੇ ਮੱਖਣ ਨੂੰ ਫੇਰ ਅੱਗ ਤੇ ਰੱਖਾਂਗੇ ਪਤੀਲੇ 'ਚ ਪਾ ਕੇ ਤੇ ਫਿਰ ਉਹਦੇ 'ਚ ਹੋਰ ਜੇ ਸੜਨਾ ਫੇਰ ਘਿਓ ਬਣਦਾ ਉਹਨੂੰ। ਕਿਉਂ ਜੀ? ਪਰ ਜਿਹੜਾ ਘਿਓ ਇੱਕ ਚਮਚਾ ਵੀ ਆ ਨਾ, ਉਹਦੀ ਪਾਵਰ ਜ਼ਿਆਦਾ ਹੈ। ਭਾਵੇਂ ਹੈ ਥੋੜਾ ਜਿਹਾ ਪਰ ਪਾਵਰ ਉਹਦੀ ਬੋਲੋ। ਤੇ ਅੱਛਾ, ਪਿੰਡਾਂ 'ਚ ਆਮ ਹੁੰਦਾ ਸੀ, ਹੁਣ ਤਾਂ ਜਿਨ੍ਹਾਂ ਘਰਾਂ 'ਚ ਮੱਝਾਂ ਹੈਗੀਆਂ ਨੇ ਪਿੰਡਾਂ 'ਚ ਹੋਣਾ ਮੱਖਣ ਕੱਢ ਕੇ ਪਹਿਲਾਂ ਤੇ ਮੱਖਣ ਵੀ ਜਿਨ੍ਹਾਂ ਘਰਾਂ 'ਚ ਜ਼ਿਆਦਾ ਦੁੱਧ ਚੋਦਾ ਸੀ, ਤੰਦੂਰੇ ਪੁਰਾਣੀਆਂ ਮਾਵਾਂ ਦੱਸਦੀਆਂ ਵੀ ਜਦੋਂ ਤੰਦੂਰ ਤੇ ਰੋਟੀ ਲਾਉਣੀ ਤੇ ਲਾ ਕੇ ਟੋਲਾ ਭਰ ਕੇ ਮੱਖਣ ਦਾ ਰੱਖਣਾ, ਜਿਹੜਾ ਵੀ ਆਇਆ ਉਹਨੇ ਨਾਲ ਰੋਟੀ ਚੋਪੜ ਕੇ ਲਾਉਣੀ। ਇਹ ਕਲਚਰ ਸੀ ਪੰਜਾਬ ਦਾ, ਸਾਂਝ ਸੀ ਵੀ ਮਾਣ ਹੀ ਨਹੀਂ ਕਰਨਾ ਵੀ ਉਹ ਘਿਓ ਸਾਡੇ ਘਰ ਦਾ। ਕਹਿਣਾ ਕੋਈ ਗੱਲ ਨਹੀਂ, ਤੂੰ ਭੈਣਾ 4 ਰੋਟੀਆਂ ਚੋਪੜ ਕੇ ਲੈ ਜਾ, ਕੋਈ ਗੱਲ ਨਹੀਂ, ਮੱਝਾਂ ਗਾਵਾਂ ਵਾਧੂ ਸਾਡੇ ਤੋਂ। ਅੱਜ ਪਾਣੀ ਵੀ ਨਹੀਂ ਬੰਦਾ ਇੱਕ ਦੂਜੇ ਨੂੰ ਛੇਤੀ ਕਿਤੇ ਦੇਣ ਨੂੰ ਤਿਆਰ, ਤੇ ਅਸੀਂ ਕਹਿੰਦੇ ਅਸੀਂ ਅਮੀਰ ਹੋ ਗਏ। ਅਮੀਰ ਕਾਹਦੇ ਹੋ ਗਏ? ਅਸੀਂ ਤਾਂ ਗਰੀਬ ਹੋ ਗਏ। ਸਾਡੇ ਬਜ਼ੁਰਗ ਅਮੀਰ ਸੀ ਜਿਹੜੇ ਘਿਓ ਵੀ ਇੱਕ ਦੂਜੇ ਨੂੰ ਇੱਦਾਂ ਦੇ ਸਕਦੇ ਸੀ। ਅਸੀਂ ਪਾਣੀ ਦਾ ਘੁੱਟ ਦੇਣ ਨੂੰ ਤਿਆਰ ਨਹੀਂ ਕਹਿੰਦੇ ਆ, ਅਸੀਂ ਅਮੀਰ ਹੋ ਗਏ। ਅਮੀਰ ਨਹੀਂ ਹੋ ਗਏ ਅਸੀਂ ਕੰਗਾਲ ਹੋ ਗਏ ਆ। ਕੋਠੀਆਂ ਪਾਉਣੀਆਂ, ਕਾਰਾਂ ਖਰੀਦਣੀਆਂ ਅਮੀਰੀ ਨਹੀਂ ਹੁੰਦੀ। ਅਮੀਰੀ ਹੁੰਦੀ ਹੈ ਇੱਕ ਦੂਜੇ ਦੇ ਕੰਮ ਆ ਜਾਣਾ, ਇੱਕ ਦੂਜੇ ਦੇ ਨਾਲ ਖਲੋਣਾ, ਇਹਨੂੰ ਅਮੀਰੀ ਕਹਿੰਦੇ। ਕਿਰਦਾਰ ਦੀ ਅਮੀਰੀ ਸੀ, ਕਰੈਕਟਰ ਦੀ ਅਮੀਰੀ ਸੀ। ਜਦ ਇਹ ਸਮਾਂ ਸੀ, ਚਲੋ ਇਹ ਤੋਂ ਅੱਗੇ ਲਾ ਲਓ, ਪਿੰਡ 'ਚੋਂ ਕਿਸੇ ਨੇ ਆਉਣਾ, ਤਾਈ 2 ਡੱਬਾ ਲੱਸੀ ਦਾ ਭਰ ਦੀ। ਉਹ ਲੱਸੀ ਮਿਲ ਜਾਂਦੀ ਕਿਸੇ ਤੋਂ, ਪਰ ਘਿਓ ਨਹੀਂ ਮਿਲਦਾ। ਘਿਓ ਤਾਂ ਤੁਹਾਨੂੰ ਮੁੱਲ ਲੈਣਾ ਪੈਣਾ, ਲੱਸੀ ਤੇ ਫਰੀ ਵੀ ਮਿਲ ਜਾਂਦੀ ਹੈ। ਭਾਵੇਂ ਉਹ ਪਿੰਡਾਂ 'ਚ ਆ, ਸ਼ਹਿਰਾਂ 'ਚੋਂ ਵੀ ਤੁਹਾਨੂੰ ਮੁੱਲ ਲੈਣੀ ਪੈਂਦੀ। ਸ਼ਹਿਰਾਂ 'ਚੋਂ ਵੀ ਤੁਹਾਨੂੰ 50-40 ਰੁਪਏ ਦਾ ਗਲਾਸ ਲੈਣਾ ਪੈਂਦਾ। ਪਿੰਡਾਂ 'ਚ ਅਜੇ ਵੀ ਜਿੰਨਾ ਕਰਾਂਗੇ ਮੱਝਾਂ ਗਾਵਾਂ, ਜੇ ਪਤਾ ਵੀ 4-5 ਲੀਟਰ ਲੱਸੀ 10 ਲੀਟਰ ਹੈਗੀ ਆ ਤੇ 5-7 ਘਰ ਉਹਨਾਂ ਘਰਾਂ 'ਚ ਲੱਸੀ ਬੋਲੋ ਸਾਰੇ। ਹੁਣ ਜੇ ਆਪਾਂ ਇਹ ਲਿਖਾਂਗੇ ਲੱਸੀ ਜ਼ਿਆਦਾ ਤੇ ਮੱਖਣ ਘੱਟ ਆ, ਲੱਸੀ ਦੀ ਗਿਣਤੀ ਜ਼ਿਆਦਾ ਵਾ ਤੇ ਮੱਖਣ ਘੱਟ ਵਾ, ਪਰ ਜੇ ਇਹ ਪੱਖ ਵੇਖੀਏ ਮੱਖਣ ਲੱਸੀ ਫਰੀ ਕੋਈ ਖਾ ਸਕਦਾ, ਮੱਖਣ ਫਰੀ ਨਹੀਂ ਮਿਲਦਾ। ਤਾਂ ਹੀ ਸ਼ਬਦ ਵਰਤਿਆ ਸੀ ਨਾ ਇੱਥੇ ਵੀ, ਮੱਖਣ ਲਿਆ ਮਰੋੜ ਕੇ ਸ਼ਾਹ ਛੁੱਟੜ ਹੋਈ। ਜਦੋਂ ਤੱਕ ਲੱਸੀ ਵਿੱਚ ਮੱਖਣ ਸੀ ਨਾ, ਜਿੰਨਾ ਸਤਿਕਾਰ ਮੱਖਣ ਦਾ ਸੀ ਉਹਨੇ ਲੱਸੀ ਦਾ ਕੀਤਾ। ਜਿਸ ਫਰੇ ਦੇ ਵਿੱਚ ਮੱਖਣ ਰੱਖਿਆ ਨਾਲ ਲੱਸੀ ਵੀ ਦੇ ਵਿੱਚ ਗਈ ਨਾ, ਕਿਉਂਕਿ ਲੱਸੀ ਦੇ ਵਿੱਚ ਮੱਖਣ ਸੀ। ਤੇ ਜਦੋਂ ਵਿੱਚੋਂ ਮੱਖਣ ਬਾਹਰ ਕੱਢ ਲਿਆ, ਫਿਰ ਲੱਸੀ ਕਿੰਨਿਆਂ ਘਰਾਂ 'ਚ ਵੰਡੀ ਗਈ, ਕਿੰਨਿਆਂ ਘਰਾਂ 'ਚ ਵੰਡੀ ਗਈ। ਤੇ ਲੱਸੀ ਆਂਦੀ ਮੱਖਣ ਨੂੰ, ਕਹਿੰਦੀ ਤੇਰੇ ਕਰਕੇ ਮੈਨੂੰ ਇੱਕ ਥਾਂ ਤੇ ਅਗਲਾ ਸਾਂਭ ਕੇ ਰੱਖਿਆ ਸੀ, ਵੇਲਾ ਅਬ ਤੈਨੂੰ ਵਿੱਚੋਂ ਬਾਹਰ ਕੱਢਣ ਦੀ ਦੇਰ ਆ। 5-7 ਘਰਾਂ ਚਲੇ ਗਈਆਂ, ਵਾਧੀਆਂ ਨੂੰ ਮੱਝਾਂ ਨੂੰ ਨਵਾ ਪਾ ਲੈ। ਪੁਰਾਣੇ ਸਮੇਂ ਮੱਝਾਂ ਨੂੰ ਨਵਾਉਂਦੇ ਸੀ, ਹੁਣ ਜਿੰਨਾ ਦਾ ਵਾਧੂ ਹੋ ਗਏ ਤੇ ਜਾਂ ਸਿਰ ਧੋ ਲੈਂਦੇ ਸੀ ਲੱਸੀ ਨਾਲ। ਕਹਿਣਾ ਵੀ ਸ਼ੈਂਪੂ ਕਿਹੜਾ ਹੋਣਾ, ਕਹਿਣਾ ਜੀ ਲੱਸੀ ਨਾਲ ਸਿਰ ਧੋ। ਹੁਣ ਐਗਜ਼ਾਮਪਲ ਤਾਂ ਦਿੱਤੀ ਵੀ ਗਿਣਤੀ ਦੀ ਗੱਲ ਨਹੀਂ ਹੈਗੀ ਇੱਥੇ ਕੁਆਲਿਟੀ ਦੀ ਗੱਲ ਹੈ, ਕੁਆਂਟਿਟੀ ਦੀ ਗੱਲ ਨਹੀਂ ਹੈਗੀ ਕਿੰਨੀ ਕੁਆਂਟਿਟੀ ਹੈ। ਇੱਥੇ ਕੁਆਲਿਟੀ ਦੀ ਗੱਲ ਹੈ, ਕੁਆਲਿਟੀ ਹੋਣੀ ਚਾਹੀਦੀ ਹੈ। ਸਿੱਖ ਤਾਂ 2 ਹੀ ਬੜੇ ਸੀ, ਬਾਬਾ ਬੋਲਦਾ ਸੀ ਤੇ ਬਾਬਾ ਕਰਦਾ ਸੀ, ਪਰ ਕੁਆਲਿਟੀ ਸੀ। ਤੇ ਕੁਆਂਟਿਟੀ ਨੂੰ ਕੀ ਕਰਨਾ? ਝੰਡੇ ਚੁੱਕੇ ਆ 500, ਸ਼ਾਮਾਂ ਨੂੰ ਉਹ 'ਚੋਂ 2 ਵੀ ਨਿਕਲਦੇ ਆ, ਬਾਕੀ 498 ਕਿਸੇ ਭੇਜੀ ਕੋਲ ਬੈਠੇ ਹੁੰਦੇ ਨੇ। ਜੇ ਆਪਾਂ ਇੱਦਾਂ ਦੇਖੀਏ, ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਜੇਤੇ ਫੂਲ ਫੂਲੇ, ਜਿੰਨੇ ਅੰਬਾਂ ਨੂੰ ਬੂਰ ਪੈਂਦਾ, ਜਿੰਨੇ ਫੁੱਲ ਲੱਗਦੇ ਆ, ਕੀ ਸਾਰੀਆਂ ਅੰਬੀਆਂ ਬਣ ਜਾਂਦੀ, ਸਾਰੇ ਅੰਬ ਬਣ ਜਾਂਦੇ ਜੀ? ਕੋਈ ਨਹੀਂ। ਭਾਈ ਗੁਰਦਾਸ ਜੀ ਦਾ ਬਚਨ, ਜੇਤੇ ਫੂਲ ਫੂਲੇ ਤੇ ਫਲ ਨਾ ਲਾਗੇ ਬ੍ਰਹਮ। ਜਿੰਨੇ ਫੁੱਲ ਫੁੱਲੇ ਆ, ਜਿੰਨੇ ਫਲ ਲੱਗੇ ਆ, ਜਿੰਨੇ ਉਹਨਾਂ ਨੂੰ ਬੂਰ ਪਿਆ, ਉਹਨਾਂ ਨੂੰ ਫਲ ਹੀ ਲੱਗਾ। ਲਾਗਤ ਦੇਖ ਪ੍ਰਪੱਕ ਨਾ ਸਕਣਾ, ਪਹਿਲਾਂ ਬੂਰ ਪਿਆ, ਫਿਰ ਹੌਲੀ ਹੌਲੀ ਫੁੱਲ ਬਣੇ, ਫਿਰ ਹੌਲੀ ਹੌਲੀ ਅੰਬੀਆਂ ਬਣੀਆਂ, ਹਵਾ ਵਗੀ, ਕਈ ਦਾ ਬੂਰ ਝੜ ਗਿਆ, ਕਈ ਫੁੱਲ ਡਿੱਗ ਪਏ,
ਹਵਾ ਵਗੀ ਕਈ ਅੰਬੀਆਂ ਨੂੰ ਤੋਤੇ ਗਲ ਟੁੱਕ ਗਏ, ਜਿਹੜੇ ਉਹਨਾਂ ਤੋਤਿਆਂ ਗਲਾਂ ਤੋਂ ਵੀ ਬਚੇ ਰਹੇ ਅੰਬੀਆਂ ਤੋਂ ਹੌਲੀ ਅੰਬ ਬਣੇ। ਐ ਅੰਬ ਪੱਕਣ ਤੱਕ ਆਇਆ, ਹਵਾ ਵਗੀ ਕਿਹੜਾ ਸ਼ਰੀਰ ਟੁੱਟ ਗਿਆ, ਅੰਬ ਦਾ ਕੀ ਹੋ ਗਿਆ, ਜਿਹੜੇ ਹਨੇਰੀਆਂ ਤੋਂ ਵੀ ਬਚ ਗਏ। ਐ ਆਪਣੇ ਆਪ ਨੂੰ ਬਚਾ ਕੇ ਨਾਲ ਦੂਜੇ ਦੇ ਜੁੜੇ ਰਹੇ। ਜਦੋਂ ਫਿਰ ਉਹਨੂੰ ਬਾਗ ਦੇ ਮਾਲਕ ਨੇ ਤੋੜ ਕੇ ਇਹਦਾ ਡੱਬੇ 'ਚ ਪੈਕ ਕੀਤਾ, ਉਹ ਜਦੋਂ ਰੇਹੜੀ ਤੇ ਦੁਕਾਨ ਤੇ ਆਉਂਦਾ ਫਿਰ ਅਗਲਾ ਜਿੰਨੇ ਪੈਸੇ ਮੰਗਦਾ ਖੁਸ਼ ਹੋ ਕੇ ਦਿੰਦਾ ਵੀ ਇਹ ਅੰਬ ਦਾਲ ਤੋਂ ਹੈ। ਕਬੀਰ ਫੜ ਲਾ ਕੇ ਫੜਨ, ਪਾਕਣ ਲੱਗੇ ਆਮ। ਵੇਖੋ ਆਹ ਸਾਰੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ, ਇਹ ਕੋਲੋਂ ਨਹੀਂ ਕਹਿ ਰਿਹਾ ਮੈਂ। ਕਬੀਰ ਫੜ ਲਾ ਕੇ ਫਲਣ, ਪਾਕਣ ਲੱਗੇ ਆਮ, ਪੱਕਣ ਲੱਗੇ ਅੰਬ। ਜਾਏ ਪਹੁੰਚੇ ਖਸਮ ਕੋ ਜੋ ਬੀਜ ਨਾ ਖਾਣੀ। ਮਾਲਕ ਦੇ ਘਰ ਉਹ ਹੀ ਪਹੁੰਚੇ ਜਿਨ੍ਹਾਂ ਨੇ ਕਾਂਬੇ ਨਹੀਂ, ਝਖੜਾਂ ਦਾ, ਹਨੇਰੀਆਂ ਦਾ, ਗਾਲੜਾਂ ਦਾ, ਤੋਤਿਆਂ ਦਾ ਡਟ ਕੇ ਮੁਕਾਬਲਾ ਕੀਤਾ। ਉਹ ਟਿਕਾਣੇ ਪਹੁੰਚ ਗਏ। ਉਹ ਫਿਰ ਏਦਾਂ ਬਾਜ਼ਾਰ ਜਦੋਂ ਪਏ ਹੁੰਦੇ ਨਾ, ਤੁਹਾਡਾ ਤੁਸੀਂ ਵੇਖੋ ਜੋ ਤੁਹਾਨੂੰ ਅੰਬ, ਤੁਹਾਨੂੰ ਫਰੂਟ ਚੰਗਾ ਲੱਗੇ ਤੁਹਾਡੀਆਂ ਨਿਗਾਹ ਨੂੰ, ਉੱਥੇ ਬੰਦਾ ਫਿਰ 2-4 ਰੁਪਏ ਵੱਧ ਦੇਣ ਨੂੰ ਵੀ ਤਿਆਰ ਹੁੰਦਾ। ਤੇ ਜਿਹੜੇ ਤੁਹਾਨੂੰ ਪਤਾ ਫਰੂਟ ਗਲਿਆ ਪਿਆ ਦਾਗੀ ਜਿਹਾ, ਉੱਥੇ ਅਗਲਾ ਕਹਿੰਦਾ ਨਾ 10 ਰੁਪਏ ਘੱਟ ਨੂੰ ਕੋਈ ਭਰਾਵਾ ਨਹੀਂ ਮਨ ਜਿਹਾ ਨਹੀਂ ਮੰਨਦਾ, ਚੀਜ਼ ਹੀ ਨਹੀਂ ਚੰਗੀ ਲੱਗੀ। ਹੁਣ ਤੁਸੀਂ ਮੱਝ ਕਾਂ ਲੈਣ ਜਾਓ, ਸਭ ਤੋਂ ਪਹਿਲਾਂ ਬੰਦਾ ਕੀ ਕਰਦਾ ਭਲਾ? ਕੋਈ ਮੱਝ ਕਾਂ ਬਲਦ ਖਰੀਦਣਾ ਹੋਵੇ, ਟਰੈਕਟਰ ਗੱਡੀ ਖਰੀਦਣੀ ਹੋਵੇ, ਸਭ ਤੋਂ ਪਹਿਲਾਂ ਬੰਦਾ ਕੀ ਕਹਿੰਦਾ ਪਹਿਲਾਂ ਪਸੰਦ ਕਰ, ਤੇਰੀ ਅੱਖਾਂ ਨੂੰ ਚੰਗੀ ਲੱਗਦੀ, ਜਿਹੜੇ ਕੰਮ ਲਈ ਤੈਨੂੰ ਚਾਹੀਦੀ ਹੈ, ਤੂੰ ਗੱਡੀ ਖਰੀਦਣੀ ਹੈ, ਤੂੰ ਟਰੈਕਟਰ ਖਰੀਦਣਾ ਹੈ, ਤੂੰ ਬਲਦ ਖਰੀਦਣਾ ਹੈ, ਕੀਮਤ ਦੀ ਗੱਲ ਆਪਾਂ ਬਾਅਦ ਕਰਾਂਗੇ। ਚੀਜ਼ ਚੰਗੀ ਹੋਵੇ ਤੇ ਬੰਦਾ 150 ਵੱਧ ਥੱਲੇ 1000 ਵਿੱਚ ਬੰਦਾ ਵੀ ਇਹਨਾਂ ਨਾਲ ਗਿਆ ਤਾਂ ਉਹ ਕਹਿੰਦਾ ਭਰਾਵਾ ਗੱਡੀ ਬੜੀ ਕਮਾਲ ਦੀ ਸੀ, 1000 2000 5 10,000 ਤੇ ਵੀ ਪਿੱਛੇ ਨਾ ਲੱਗੀ। ਤੇ ਚੀਜ਼ ਮਾੜੀ ਲੈ ਆਵੇ, ਸਸਤੀ ਲੈ ਆਵੇ, ਕੀ ਆਂਦਾ ਕਹਿੰਦਾ ਨਹੀਂ ਭਾਈ ਇੰਨੀ ਨਹੀਂ ਹੈਗੀ। ਕਹਾਣੀਆਂ ਨਾ ਵੀ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ 100 ਵਾਰ, ਉਹਨੂੰ ਵਾਰ-ਵਾਰ ਰੋਣਾ ਪੈਂਦਾ। ਕਈ ਵਾਰੀ ਆਪਾਂ ਸਸਤੀ ਚੀਜ਼ ਤੇ ਡਿੱਗ ਪੈਂਦੇ ਆ, ਉਹ ਫਿਰ ਬਾਰ-ਬਾਰ ਰੋਣਾ ਪੈਂਦਾ, ਕਿਉਂਕਿ ਸਾਹਮਣੇ ਤੁਹਾਡੇ ਟੱਕਰਦੀ ਹੈ ਨਾ, ਆਪਾਂ ਸਸਤੀ ਚੀਜ਼ ਵੇਖ ਕੇ ਡਿੱਗਦੇ ਹਾਂ। ਇੱਥੇ ਸੀਸ ਦੇਣਾ ਪੈਂਦਾ ਹੈ, ਇੱਥੇ ਆਪਣਾ ਆਪ ਸਮਰਪਣ ਕਰਨਾ ਪੈਂਦਾ ਹੈ, ਇੱਥੇ ਆਪਣਾ ਮਨ ਵਿੱਚ ਸਤਿਗੁਰ ਕੇ ਪਾਸ ਦੇ ਸੇਵਕ ਹੈ ਆਦਰਾਸ। ਕਬੀਰ ਫੜ ਲਾਗੇ ਫਲਣ, ਪਾਕਣ ਲਾਗੇ ਆਮ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਣੀ ਕਾਮ। ਹੁਣ ਕੋਈ ਫੂਲ ਡਿੱਗ ਪਿਆ, ਕੋਈ ਅੰਬੀਆਂ ਡਿੱਗ ਪਈਆਂ, ਅੰਬ ਉਹੀ ਬਣੇ ਜਿਨ੍ਹਾਂ ਝਖੜਾਂ ਦਾ, ਹਨੇਰੀਆਂ ਦਾ, ਗਾਲੜਾਂ ਦਾ, ਤੋਤਿਆਂ ਦਾ ਡਟ ਕੇ ਮੁਕਾਬਲਾ ਨਹੀਂ। ਇੱਥੇ ਅੰਬ ਕੌਣ? ਆਪਾਂ। ਇੱਥੇ ਪੌਦਾ ਕੀ ਆ? ਸੱਚ, ਅਕਾਲ ਪੁਰਖ, ਵਾਹਿਗੁਰੂ, ਗੁਰੂ, ਸ਼ਬਦ, ਗਿਆਨ, ਜਿਹੜੇ ਜੁੜੇ ਰਹਿੰਦੇ ਆ ਮਨ ਕਰਕੇ, ਉਹੀ ਫਿਰ ਕੀਮਤ ਉਹਨਾਂ ਦੀ ਪੈਂਦੀ, ਸਿਰਾਂ ਦੇ ਮੁੱਲ ਉਹਨਾਂ ਦੇ ਪੈ। ਅਜੋਕੇ ਬੰਦਿਆਂ ਦੇ ਸਿਰਾਂ ਦੇ ਮੁੱਲ ਪੈ ਸਕਦੇ ਆ? ਇਹਦੇ ਸਿਰ ਪਹਿਲੇ ਦੇ ਕੇ ਬੈਠੇ, ਮੁੱਲ ਕਾਹਦਾ ਪੈਣਾ? ਇਹ ਤਾਂ ਪਹਿਲਾਂ ਹੀ ਟੁੱਟੇ ਆ। ਹੁਣ ਬੰਦਾ ਖਰੀਦੂ ਵੀ ਉਸ ਅੰਬ ਨੂੰ ਜਿਹੜਾ ਸਫ਼ਰ ਤੈਅ ਕਰਕੇ ਆਇਆ, ਜਿਹੜਾ ਥੱਲੇ ਅੰਬ ਦੇ ਥੱਲੇ ਬੂਰ ਜਿਹਾ ਡਿੱਗਾ, ਉਹਦੀ ਕੋਈ ਕੀਮਤ ਦੇਣ ਨੂੰ ਤਿਆਰ ਹੈਗਾ? ਬੂਰ ਕਿਤੇ ਚੱਲੀ। ਜਿਹੜੀਆਂ ਅੰਬੀਆਂ ਨੂੰ ਤੋਤੇ ਗਲ ਟੋਕੇ, ਉਹਨਾਂ ਦੀ ਕੋਈ ਕੀਮਤ ਦੇਣ ਨੂੰ ਤਿਆਰ ਆ? ਉਹ ਕਹਿੰਦਾ ਤੇ ਫਰੀ ਲੈ ਜਾ, ਚੌਕੀ ਖੰਡ ਤੇ ਲੈ ਜਾ ਭਾਈ, ਵਾਧੂ ਆ, ਲੈ ਜਾ ਚੌਕੀ, ਗਲ ਨਾ ਤੋਤੇ ਟੋਕੇ। ਇੱਥੇ ਗਲ ਤੋਤੇ ਕੌਣ ਆ? ਵਕਾਰ, ਕਾਮ, ਕ੍ਰੋਧ, ਲੋਭ, ਉਹ ਹੰਕਾਰ, ਇਹ ਗਾਲੜ ਤੇ ਤੋਤੇ ਨੇ, ਜਿਹੜੇ ਇਸ ਜੀਵ ਰੂਪੀ ਅੰਬ ਨੂੰ, ਕਿਸੇ ਨੂੰ ਕਾਮ ਦੇ ਗਾਲੜ ਨੇ ਟੁੱਕਤਾ, ਕਿਸੇ ਨੂੰ ਲਾਲਚ ਦੇ ਗਾਲੜ ਨੇ ਟੁੱਕਤਾ। ਇਹ ਸਾਰੇ ਵਕਾਰ ਜਿਹੜੇ ਆ, ਇਹ ਇਸੇ ਕਰਕੇ ਬਾਬੇ ਫਰੀਦ ਨੇ ਆਖਿਆ ਸੀ, ਸਬਰ ਪੰਖੀ ਏਕੜੋ ਫਾਹੀ ਵਾੜ 50, ਇਹ ਤਨ ਲਹਿਰੀ ਗੜਤੀ ਆ ਸੱਜੇ ਤੇਰੀ ਆਸ। ਇੱਥੇ ਪੰਛੀ ਆ, ਇਹ ਜਿਹੜੇ 5 ਵਕਾਰ ਵਾ, ਪਤਾ ਨਹੀਂ ਕਿਹੜੇ ਵਕਾਰ ਨੇ ਕਿੱਥੇ ਕਿਹੜੇ ਬੰਦੇ ਨੂੰ ਟੁੱਕ ਦੇਣਾ ਹੈ। ਜਿਹੜਾ ਸਾਬਤ ਰਹੇਗਾ ਉਹਦੀ ਫਿਰ ਕੀਮਤ ਪੈਂਦੀ ਆ ਵੀ ਇਹਨੇ ਆਪਣੇ ਆਪ ਨੂੰ ਬਚਾ ਕੇ ਰੱਖਿਆ। ਕਬੀਰ ਫੜ ਲਾ ਕੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਜ ਨਾ ਖਾਹੀ ਕਾਮ। ਜਿੱਦੇ ਫੂਲ ਫੁੱਲੇ, ਜਿੰਨੇ ਦਰਖਤਾਂ ਨੂੰ ਫੁੱਲ ਲੱਗੇ, ਫਲ ਲੱਗੇ, ਤੇ ਫਲ ਨਾ ਲਾਗੇ ਦਰੁਮ, ਤੇ ਲਾਗਤ ਵਿੱਚ ਦੇਖ ਪਰਪੱਖ ਨਾ ਸਕਲ। ਤੇ ਜਿੰਨੇ ਅੱਗੇ ਅੰਬੀਆਂ ਲੱਗੀਆਂ, ਸਾਰੇ ਕਿਤੇ ਮਾਰ ਕੇ ਥੋੜਾ ਪਹੁੰਚਦੇ ਆ, ਉਹਨਾਂ ਵਿੱਚੋਂ ਬਹੁਤੇ ਡਿੱਗ ਡੁੱਗ ਪੈਂਦੇ। ਇੱਦਾਂ ਹੀ ਜਦੋਂ ਨਗਰ ਕੀਰਤਨ ਨਿਕਲਦੇ ਆ, ਪ੍ਰਭਾਤ ਫੇਰੀਆਂ ਨਿਕਲਦੀਆਂ, ਉਦੋਂ ਆਪਾਂ ਨੂੰ ਲੱਗਦਾ ਨਹੀਂ ਵੀ ਯਾਰ ਕਮਾਲ ਦੀ ਗੱਲ ਹੈ, ਵੇਖ ਕਿੰਨੇ ਬੰਦੇ ਜਾ ਰਹੇ, ਜੈ ਜੈਕਾਰ ਹੁੰਦੇ ਆ, ਪਰ ਉਹਨਾਂ 'ਚ ਮੱਠੀਆਂ ਦੇ ਦੀਵੇ ਜਗਾਉਣ ਵਾਲੇ ਵੀ ਹੁੰਦੇ ਕਿ ਹੁੰਦੇ? ਉੱਚੀ ਬੋਲ ਕੇ ਦੱਸਿਓ, ਬੋਲੀ ਜਾਓ ਪਿਆਰਿਓ। ਤੇ ਬਾਬਿਆਂ ਦੀਆਂ ਚੌਕੀਆਂ ਭਰਨ ਵਾਲੇ ਵਿੱਚ ਇਹ ਹੁੰਦੇ ਆ, ਸਾਰੇ ਉਹੀ ਹੁੰਦੇ ਆ ਨਾ, ਵਿੱਚੇ ਤੁਰੇ ਫਿਰ ਸਾਰੇ ਕਿਸਮ ਦੇ ਹੁੰਦੇ ਆ। ਤੇ
ਜਿਹਨੂੰ ਆਪਾਂ ਕਹਾਂਗੇ ਜਿਹੜਾ ਸਿਰਫ ਗੁਰੂ ਸ਼ਬਦ ਨੂੰ ਮੰਨਦਾ ਤੇ ਕੋਈ ਕਰਮਕਾਂਡ ਨਹੀਂ ਕਰਦਾ, ਉਹ ਕਿੰਨੇ ਪਰਸੈਂਟ ਹੁੰਦੇ, ਇਹ ਵੇਖਣ ਵਾਲੀ ਗੱਲ ਹੈ। ਤੋ ਇਹ ਪਾਤਸ਼ਾਹ ਦੀ ਬਾਣੀ ਜਿਹੜੀ ਇੱਥੇ ਸਾਨੂੰ ਦੱਸ ਰਹੇ ਆ, ਮੇਰੇ ਠਾਕੁਰ ਰੱਖ ਲਿਓ ਕਿਰਪਾ ਕਰੀ, ਇਹ ਮੇਰੇ ਠਾਕੁਰ, ਇਹ ਮੇਰੇ ਮਾਲਕੀ ਰੱਖ ਲਓ, ਬਚਾ ਲਓ। ਕਾਹਦੇ ਤੋਂ? ਮੈਨੂੰ ਲਾਜ ਤੋਂ ਬਚਾਓ, ਮੈਨੂੰ ਕਾਮ ਵਾਸ਼ਨਾਵਾਂ ਤੋਂ ਬਚਾ ਲਓ, ਮੈਨੂੰ ਕ੍ਰੋਧ ਤੋਂ ਬਚਾ ਲਓ, ਮੈਨੂੰ ਹੰਕਾਰ ਤੋਂ ਬਚਾ ਲਓ। ਮੇਰੇ ਠਾਕੁਰ ਰੱਖ ਲਿਓ ਕਿਰਪਾ ਧਾਰੀ, ਅੱਗੇ ਜਿਹਦੇ ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਵਿੱਚੋਂ ਕੋ ਵਿਰਲਾ ਸੇਵਕ ਆ, ਹੋਰ ਸਗਲੇ ਵਿਹਾਰੀ। ਕਰੋੜਾਂ ਵਿੱਚੋਂ ਕੋ ਵਿਰਲਾ ਸੇਵਕ ਆ, ਬਾਕੀ ਦੇ ਵਿਹਾਰੀ। ਵਿਹਾਰੀ ਸਮਝਦੇ ਹੋ ਜਿਵੇਂ ਆਪਣੇ ਘਰਾਂ ਜਵਾਕ ਨਹੀਂ ਹੁੰਦੇ, ਜਦੋਂ ਉਹਨਾਂ ਨੂੰ ਲੋੜ ਹੋਵੇ ਨਾ ਉਦੋਂ ਦੀ ਬੋਲੀ ਕੁਝ ਹੋਰ ਹੁੰਦੀ। ਉਦੋਂ ਐ ਪਾਪਾ ਜੀ, ਬੀਬੀ ਜੀ, ਮੰਮੀ ਜੀ, ਡੈਡੀ ਜੀ, ਬਿਨਾਂ ਮੰਗਿਆ ਵੀ ਪਾਣੀ ਲਿਆ ਕੇ ਘਰੋਂ ਦਿੰਦੇ ਨੇ, ਤੇ ਸਮਝ ਆ ਜਾਂਦੀ ਬਾਪ ਨੂੰ ਵੀ, ਮਾਂ ਨੂੰ ਵੀ ਇਹ ਤੇ ਮੰਗਿਆ ਪਾਣੀ ਨਾ ਪਿਆਵੇ। ਇਹ ਜਿਹੜਾ ਅੱਜ ਆਪਣੇ ਆਪ ਹੀ ਪਾਣੀ ਪਿਆ ਰਿਹਾ ਜਾਂ ਪਿਆ ਰਹੀ, ਇਹਨੂੰ ਪੱਕਾ ਕੋਈ ਲੋੜ ਹੋਣਾ, ਕੋਈ ਜ਼ਰੂਰਤ ਹੋਣੀ। ਉਧਰੋਂ ਕੰਮ ਕਰਾ ਕੇ ਥੋੜ੍ਹੇ ਜਿਹੇ ਚਿਰ ਬਾਅਦ ਤੇ ਪੁੱਛਦਾ, ਪਿਤਾ ਪੁੱਛਦਾ ਕੀ ਹਾਲ ਹੈ, ਕਿੱਦਾਂ, ਕੀ ਚਾਹੀਦਾ? ਮਤਲਬ ਪਾਪਾ ਤੁਹਾਨੂੰ ਪਤਾ ਆਦਾ ਵੀ ਤੈਨੂੰ ਪਤਾ ਪੁੱਤ, ਜਦੋਂ ਤੈਨੂੰ ਕੰਮ ਹੁੰਦਾ ਉਦੋਂ ਹੀ ਕੋਈ ਲੋੜ ਹੁੰਦੀ, ਉਦੋਂ ਤੂੰ ਮੇਰਾ ਦਬਕਾ ਵੀ ਚੱਲ ਜਾਣਾ। ਜਦੋਂ ਤੈਨੂੰ ਮੇਰੇ ਤੋਂ ਕੋਈ ਲੋੜ ਹੁੰਦੀ ਉਦੋਂ ਮੈਨੂੰ ਦਬਕਾ ਵੀ ਮਾਰਾ, ਚੁੱਪ ਕਰ ਜਾਣਾ, ਤੇ ਅੱਗੋਂ ਪਿੱਛੋਂ ਤੂੰ ਮੈਨੂੰ ਅੱਖਾਂ ਵਿਖਾਉਣਾ, ਦੱਸ ਕੀ ਚਾਹੀਦਾ? ਫਿਰ ਤੂੰ ਮੰਗਦਾ ਮੈਨੂੰ 500 ਰੁਪਏ ਚਾਹੀਦਾ, ਮੈਨੂੰ ਮੋਬਾਈਲ ਲੈਣਾ ਹੈ, ਮੈਂ ਅੱਜ ਫਲਾਣੇ ਥਾਂ ਜਾਣਾ। ਤਾਂ ਸਮਝ ਆ ਜਾਂਦੀ ਵੀ ਇਹ ਸਵੇਰ ਦਾ ਮਿੱਠਾ ਕਿਉਂ ਸੀ। ਤੇ ਇੱਦਾਂ ਹੀ ਪਤਾ ਲੱਗ ਜਾਂਦਾ ਵੀ ਜਦੋਂ ਤੁਹਾਨੂੰ ਕਿਸੇ ਦੀ ਜ਼ਰੂਰਤ ਵਾ ਉਦੋਂ ਤੁਹਾਡੀ ਬੋਲੀ ਮਿੱਠੀ। ਪਾਤਸ਼ਾਹ ਜੀ ਕਹਿੰਦੇ ਵੀ ਜੇ ਬੰਦੇ ਨੂੰ ਇਸ ਗੱਲ ਦੀ ਸਮਝ ਵਾ ਕਿ ਅੱਜ ਇਹ ਮੇਰੇ ਜਵਾਬ ਦੀ ਬੋਲੀ ਮਿੱਠੀ ਕਿਉਂ ਆ, ਕਿਉਂਕਿ ਇਹਨੂੰ ਮੇਰੇ ਤੱਕ ਕੋਈ ਦਰਜ ਵਾ, ਤੇ ਗੁਰੂ ਨੂੰ ਨਹੀਂ ਸਮਝ ਆਈ ਇਸ ਗੱਲ। ਜਦੋਂ ਤੂੰ ਆਣ ਕੇ ਇਕੱਲੇ ਖੜਿਆਂ ਤੇ ਪੋਚਾ ਮਾਰਨਾ, ਝਾੜੂ ਲਾਉਣਾ, ਪੋਚੇ ਲਾਉਣਾ, ਦਰੀਆਂ ਝਾੜਨਾ, ਤੇ ਬਾਪੂ ਦਾ ਕੀ ਚਾਹੀਦਾ? ਇਹਦਾ ਪੁੱਤ ਚਾਹੀਦਾ। ਜਮਨ ਤੇਰੇ ਝਾੜੂ ਪੋਚੇ ਲਾਉਣੇ ਦਾ ਮਕਸਦ ਕੀ ਸੀ? ਪਿੱਛੇ ਭਲਾ ਪੁੱਤ ਤੂੰ ਕਿਉਂ ਝਾੜੂ ਪੋਚੇ ਲਾਉਣਾ? ਮੇਰਾ ਪੁੱਤ ਬਾਹਰ ਚੱਲ ਜਾਵੇ। ਤੂੰ ਕੋਈ ਝਾੜੂ ਪੋਚੇ ਲਾਉਣਾ? ਮੇਰਾ ਪੁੱਤ ਵਿਆਹਿਆ ਜਾਏ। ਤੂੰ ਕੋਈ ਝਾੜੂ ਪੋਚੇ ਲਾਉਣਾ? ਕਿਸੇ ਨਾਲ ਪਿੱਛੇ ਕੰਮ ਛੁੱਟਿਆ ਹੋਇਆ ਵਾ, ਤੇ ਜੇ ਉਹ ਸਾਨੂੰ ਕੰਮ ਨਾ ਹੁੰਦਾ ਫਿਰ ਝਾੜੂ ਪੋਚੇ ਕਿਹਨੇ ਲਾਉਣੇ ਸੀ? ਬੋਲੋ ਸਾਥ। ਜੇ ਮੰਨ ਲਓ ਕੰਮ ਨਾ ਹੁੰਦਾ, ਮੰਨ ਲਓ ਸਾਨੂੰ ਪੋਤਰੇ ਉੱਦਾਂ ਮਿਲ ਜਾਂਦੇ, ਸਾਡਾ ਪੁੱਤ ਵੀ ਬਾਹਰ, ਫਿਰ ਤਾਂ ਲੋੜ ਨਹੀਂ ਸੀ ਇਸ ਗੱਲ ਦੀ, ਫਿਰ ਝਾੜੂ ਪੋਚੇ ਕਿਹਨੇ ਲਾਉਣੇ ਸੀ? ਮੈਂ ਝਾੜੂ ਪੋਚਾ ਸੇਵਾ ਇਹ ਕੰਮ ਕਿਸੇ ਲਾਲਚ ਨਹੀਂ ਕਰਨਾ ਕਿ ਮੈਨੂੰ ਆਹ ਚਾਹੀਦਾ ਮੈਂ ਤਾਂ ਕਰਦਾ। ਬਾਣੀ 'ਚ ਨਾ ਭਗਤ ਕਬੀਰ ਦਾ ਇੱਕ ਸ਼ਲੋਕ ਆ, ਗੁਰੂ ਗ੍ਰੰਥ ਸਾਹਿਬ 'ਚ, ਕਬੀਰ ਕਾਮ ਪਰੇ ਹੱਥ ਸਿਮਰੀ ਹੈ। ਕੰਮ ਪੈਣ ਤੇ ਰੱਬ ਨੂੰ ਚੇਤੇ ਕਰਨ ਵਾਲੇ ਜਿਹੜੇ ਸਾਡੇ ਲੋਕ ਕੰਮ ਪੈਣ ਤੇ ਚੇਤੇ ਕਰਦੇ, ਬੱਸ ਜਾਂਦੀ ਹੋਵੇ ਨਾ ਸਾਰੇ ਆਪੋ ਆਪਣੀਆਂ ਗੱਲਾਂ ਕਰ ਲੈਂਦੇ, ਤੇ ਕਿਤੇ ਮਾੜੀ ਜਿਹੀ ਡਰਾਈਵਰ ਕੋਲ ਤਾਂ ਡੋਲ ਜੇ ਕੀ ਕਰਦੇ ਸਾਰੇ ਲੋਕ? ਵਾਹਿਗੁਰੂ ਮਹਾਰਾਜ ਕਿਰਪਾ ਕਰੇ। ਪੰਜਾਂ ਡਰਾਈਵਰ ਦੇ ਹੱਥ 'ਚ ਤੁਹਾਨੂੰ ਵੈਲੀ ਚੇਤੇ ਕਰਾਤਾ, ਇੱਕ ਮਿੰਟ ਸਭ ਚੇਤਾ ਭੁੱਲ ਗਿਆ, ਐ ਮੌਤ ਸਾਹਮਣੇ ਵੇਖ ਲਈ ਨਾ, ਸਾਹਮਣੇ ਪਤਾ ਲੱਗ ਗਿਆ ਹਾਏ। ਫਿਰ ਉੱਠ ਕੇ ਕਲੈਂਡਰ ਨੂੰ ਕਹਿੰਦੇ ਵੀ ਰਾਹ ਤੇ ਵਿਆਹ ਤਾਂ ਲਿਆ ਕਰ ਥੋੜੀ ਜਾਣ ਕੇ ਸਭ ਭੁੱਲ ਗਿਆ ਸੀ, ਦੇਖਣ ਵਾਲੀ ਮੇਰਾ ਆ ਗਿਆ ਸੀ ਨਾ। ਇਹਦਾ ਮਤਲਬ ਲੋੜ ਪੈਣ ਤੇ ਕੀਤਾ ਜਾਂਦਾ, ਲੋੜ ਪੈਣ ਤੇ ਚੰਗਾ ਕੰਮ ਹੁੰਦਾ। ਬਾਣੀ ਦੀ ਕਬੀਰ ਕਾਮ ਪਰੇ, ਸਾਰੇ ਬੋਲੋ ਕਬੀਰ ਕਾਮ ਪਰੇ ਹਰ ਸਿਮਰਿ। ਜਿਹੜੇ ਬੰਦੇ ਕੰਮ ਪੈਣ ਤੇ ਰੱਬ ਨੂੰ ਚੇਤੇ ਕਰਦੇ, ਕਹਿੰਦੇ ਐਸਾ ਸਿਮਰਨ ਨਿਤ। ਜੇ ਤੁਸੀਂ ਬਿਨਾਂ ਕੰਮ ਤੋਂ ਨਹੀਂ, ਬਿਨਾਂ ਸਵਾਰਥ ਤੋਂ ਇਹਨੂੰ ਯਾਦ ਕਰੋਗੇ ਤੇ ਭਗਤ ਕਬੀਰ ਜੀ ਦਾ ਫਾਇਦਾ ਕੀ ਹੋਊਗਾ? ਬੈਨੀਫਿਟ ਕੀ ਹੋਊਗਾ? ਕਹਿੰਦੇ ਪਤਾ ਕੀ ਹੋਊਗਾ? ਅਮਰਾਪੁਰ ਵਾਸਾ ਕਰੋ, ਤੁਸੀਂ ਜਿਉਂਦੇ ਜੀ ਸਵਰਗਾਂ ਦੇ ਵਾਸੀ ਬਣ ਜਾਓ। ਲੋਕ ਮਰਨ ਤੋਂ ਬਾਅਦ ਸਵਰਗਾਂ ਜਾਂਦੇ ਆ ਨਾ, ਅਮਰਾਪੁਰ ਵਾਸਾ ਕਰੋ। ਜੇ ਤੁਸੀਂ ਬਿਨਾਂ ਸਵਾਰਥ ਤੋਂ, ਬਿਨਾਂ ਦਰਦ ਤੋਂ ਚੰਗੇ ਕੰਮ ਕਰੋ ਤੇ ਤੁਸੀਂ ਜਿਉਂਦੇ ਜੀ ਸੱਚਖੰਡ ਵਾਸੀ ਬਣ ਜਾਣਾ। ਸੱਚਖੰਡ ਵਸਿਆ ਨਿਰੰਕਾਰ, ਕਰ ਕਰ ਵੇਖਿਆ। ਆਪਾਂ ਸੱਚਖੰਡ ਵਾਸੀ ਮਰਨ ਤੋਂ ਬਾਅਦ ਨਹੀਂ ਬਣਨਾ, ਆਪਾਂ ਸੱਚਖੰਡ ਵਾਸੀ ਪਹਿਲਾਂ ਬਣਨਾ, ਜਿਉਂਦੇ ਜੀ ਬਣਨਾ। ਕੋਈ ਬੰਦਾ ਕਹੇ ਜੀ ਆਪ ਫਲਾਣੇ ਬਾਬਿਆਂ ਦੀ ਬਰਸੀ ਜਾਣਾ, ਉਹ ਸੱਚਖੰਡ ਵਾਸੀ ਆ। ਤੁਸੀਂ ਕਹੋ ਭਰਾਵਾ ਪਤਾ ਨਹੀਂ ਉਹ ਸੱਚਖੰਡ ਵਾਸੀ ਹੈਗਾ, ਪਰ ਮੈਂ ਸੱਚਖੰਡ ਵਾਸੀ ਹੈਗੇ। ਮੈਂ ਆਪਣੇ ਮੱਝਾਂ ਨੂੰ ਪੱਠੇ ਪਾਉਣਾ, ਮੈਂ ਆਪਣੇ ਘਰ ਦੇ ਮਾਂ ਦੇ ਕੋਲ ਬਹਿਣਾ, ਆਪਣੇ ਬਾਪੂ ਕੋਲ ਬਹਿਣਾ, ਦੁੱਖ ਸੁੱਖ ਬੋਲਦਾ, ਕੰਮ ਹੋਣਾ ਕਿਸੇ ਦੇ। ਮੈਂ ਜਿਉਂਦੇ ਜੀ ਸੱਚਖੰਡ ਵਾਸੀ, ਮੈਂ ਕਿਸੇ ਭੇਖੀ ਕੋਲ ਨਹੀਂ ਜਾਣਾ, ਮੈਨੂੰ ਕਿਤੇ ਜਾਣ ਦੀ ਲੋੜ। ਹੁਣ ਤੇ ਸ਼ਬਦ ਵਰਤਿਆ ਹੈ ਅਮਰਾਪੁਰ ਵਾਸਾ ਕਰੋ, ਹਰ ਅਮਰਾਪੁਰ ਵਾਸਾ ਕਰੋ,
ਹਰ ਗਿਆ ਬਹੂਲੇ ਬਿੱਤ ਬਿੱਤ ਕਹਿੰਦੇ ਖਜ਼ਾਨੇ ਨੂੰ, ਜਿਹੜਾ ਤੁਹਾਡੇ ਅੰਦਰੋਂ ਚੰਗੇ ਗੁਣਾਂ ਦਾ ਖਜ਼ਾਨਾ ਚਲਾ ਗਿਆ ਸੀ ਨਾ, ਉਹ ਤੁਸੀਂ ਉਹਨੂੰ ਵਾਪਸ ਲਿਆ ਸਕਦੇ ਹੋ ਜੇ ਤੁਸੀਂ ਬਿਨਾਂ ਕੰਮ ਤੋਂ ਵੀ ਪਰਮੇਸ਼ਰ ਨਾਲ ਸਾਂਝ ਪਾ ਲਓ ਤਾਂ। ਤੇ ਸਾਡੇ ਲੋਕ ਕੰਮ ਪੈਣ ਦੇ ਆ ਜਿਹੜੇ ਜਿੰਨੇ ਵੀ ਸੰਪਰਦਾਇਆਂ ਦੇ ਗੁੜ ਕੇ ਬਣਾਏ ਆ ਦੁੱਖ ਭੰਜਣੀ ਦੇ ਨਾਲ ਤੇ ਇਹ ਸਾਰੇ ਇਸੇ ਕਰਕੇ ਬਣਾਇਆ। ਜੇ ਪੁੱਤ ਨਹੀਂ ਹੁੰਦਾ ਆਹ ਸ਼ਬਦ ਪੜੋ, ਕਾਰੋਬਾਰ ਸੈੱਟ ਨਹੀਂ ਤੇ ਆਹ ਸ਼ਬਦ ਪੜੋ, ਵੀਜ਼ਾ ਨਹੀਂ ਲੱਗਦਾ ਤੇ ਆਹ ਸ਼ਬਦ ਪੜੋ, ਘਰ 'ਚ ਲੜਾਈ ਕਲੇਸ਼ ਰਹਿੰਦਾ ਤੇ ਨੌ ਸਸਤੀ ਨਹੀਂ ਬਣਦੀ ਤੇ ਆਹ ਸ਼ਬਦ ਪੜੋ। ਤੇ ਜੇ ਹੁਣ ਇੱਕ ਹੋਰ ਐਡ ਕਰਨ, ਜੇ ਡੇਰਿਆਂ 'ਚ ਛਿੱਤਰ ਰੋਟੀ ਹੁੰਦੀ ਤੇ ਆਹ ਸ਼ਬਦ ਪੜੋ। ਇਹ ਵੀ ਸ਼ਬਦ ਐਡ ਕਰਨਾ ਮਿੱਤਰ। ਜੇ ਇੱਕ ਬਾਬੇ ਦੀ ਗੱਦੀ ਤੋਂ ਬਾਅਦ ਦੂਜੇ ਬਾਬੇ ਦੇ ਸਿਰ ਪਾੜ ਨੂੰ ਫਿਰਦੇ ਚੇਲੇ ਤੇ ਆਹ ਸ਼ਬਦ ਪੜੋ। ਵੀ ਆਪਣੇ ਬਾਰੇ ਵੀ ਲਿਖ ਦਿਓ। ਤੁਸੀਂ ਗ੍ਰਿਸ਼ਤੀਆਂ ਦੇ ਘਰ ਦੇ ਬਾਰੇ ਤਾਂ ਲਿਖਦਾ, ਜਿਹੜੀ ਤੁਹਾਡੇ ਡੇਰੇ ਛਿੱਤਰ ਰੋਟੀ ਹੁੰਦੀ ਉਹਦੇ ਬਾਰੇ ਵੀ ਸ਼ਬਦ ਦੱਸ ਦਿਓ ਕੋਈ। ਤੁਹਾਡੇ ਡੇਰੇ ਦੀ ਸ਼ਾਂਤੀ ਹੈ ਨਾ। ਗੱਲ ਕਰਦੀ ਸੀ ਉਹਨਾਂ ਗਾਹਕ ਵੇਖੇ ਵੀ ਇਹਨਾਂ ਲੋਕਾਂ ਨੂੰ ਆਹ ਚੀਜ਼ਾਂ ਦੁਖੀ ਕਰਦੀਆਂ ਨੇ, ਉੱਦਾਂ ਦੇ ਸ਼ਬਦ ਬਣਾ ਦਿਓ, ਉੱਦਾਂ ਦੀਆਂ ਪੋਥੀਆਂ ਬਣਾ ਦਿਓ। ਤੁਹਾਡੇ ਤੇ ਕਈ ਗ੍ਰੰਥੀ ਸਿੰਘ ਤੇ ਪਾਠੀ ਸਿੰਘ ਬੈਠੇ ਹੋਣਗੇ। ਗੁਰੂ ਗ੍ਰੰਥ ਸਾਹਿਬ ਦੁੱਖ ਭਜਨੀ ਸਰਲੇਖ ਹੇਠ ਬਾਣੀ ਹੈਗੀ ਜੀ ਭਲਾ? ਬੋਲੋ ਜੀ। ਪਰ ਇਹ ਗੱਲ ਪਤਾ ਕੌਣ ਕਹਿੰਦੇ ਨਹੀਂ ਹੈਗੀ? ਜਿਹਨਾਂ ਪੜ੍ਹੀ ਹੈ। ਤੇ ਜਿਹਨਾਂ ਪੜ੍ਹੀ ਵੀ ਹੈਗੀ ਉਹਨਾਂ ਵਿਚਾਰੇ ਕੀ ਕਹਿੰਦੇ ਵੀ ਹੈਗੀ ਹੈ ਕਿ ਨਹੀਂ ਹੈਗੀ। ਉਹੋ ਜਿਹੇ ਬਾਬਿਆਂ ਦੇ ਚੁੰਗਲ 'ਚ ਫਸਦੇ ਆ ਕਿਉਂਕਿ ਉਹ ਉਹਨਾਂ ਨੂੰ ਦੁੱਖ ਭਜਨ ਦੇ ਨਾਂ ਤੇ ਗੁਰਕਾ ਫੜਾ ਦਿੰਦੇ ਆ ਤੇ ਉਹ ਏਦਾਂ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਜੇ ਪੜ੍ਹੀ ਹੋਊ ਕਿਸੇ ਨੇ ਉਹ ਪੁੱਛੂਗਾ ਬਾਬਾ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਆ ਪਰ ਸਰਲੇਖ ਤੁਹਾਂ ਦਿੱਤਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਕਿਸੇ ਗੁਰੂ ਨੇ ਸਰਲੇਖ ਨਹੀਂ ਦਿੱਤਾ। ਇਹ ਸਰਲੇਖ ਤੁਹਾਡਾ ਦਿੱਤਾ ਆ। ਜਿਵੇਂ ਆਸਾ ਜੀ ਵਾਰ ਦਾ ਸਰਲੇਖ ਹੈ, ਜੈਸਰੀ ਕੀ ਵਾਰ ਦਾ ਸਰਲੇਖ ਹੈ, ਜਪਜੀ ਸਾਹਿਬ ਦਾ ਸਰਲੇਖ ਹੈ, ਸੁਖਮਨੀ ਬਾਣੀ ਦਾ ਸਰਲੇਖ ਹੈ। ਇਹਦਾ ਕੋਈ ਦੁੱਖ ਭੰਜਨੀ ਦਾ ਸਰਲੇਖ ਹੈ ਗੁਰੂ ਗ੍ਰੰਥ ਸਾਹਿਬ? ਨਹੀਂ ਹੈਗਾ। ਡੇਰਿਆਂ 'ਚ ਮੁੜ ਕੇ ਇਹ ਬੰਦੇ ਜਾ ਰਹੇ ਕਿਉਂ? ਉਹਨਾਂ ਨੂੰ ਪਤਾ ਇਹਨਾਂ ਨੇ ਕਿਹੜੀ ਪੜ੍ਹੀ ਹੈ। ਇਹਨਾਂ ਗੱਲਾਂ ਤੋਂ ਪੀੜਤਾ ਉਹ ਦੱਸੀ ਜਾਣਗੇ ਕਿ ਆਹ ਸ਼ਬਦ ਪੜ੍ਹੋ। ਰਸੋਈਆਂ 'ਚ ਗਾਏ ਹੋਏ ਆ ਕਿ ਤੁਸੀਂ ਇੱਦਾਂ ਸ਼ਬਦ ਪੜ੍ਹੋ। ਭਲਿਓ ਬਾਣੀ ਹਰ ਵਕਤ ਪੜ੍ਹਨੀ ਹੈ, ਹਰ ਸਮੇਂ ਪੜ੍ਹਨੀ ਹੈ, ਹਰ ਵਕਤ ਵਿਚਾਰਨੀ ਹੈ। ਆਪਣੇ ਆਪ ਨੂੰ ਸਤਿਗੁਰੂ ਦੀ ਬਾਣੀ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਆਪਣੇ ਮਨ ਨੂੰ ਨਵੇਂ ਸਿਰੋਂ ਘੜਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਦੀ ਬਾਣੀ ਦੀ ਦੁੱਖ ਸੁੱਖ ਆਉਣੇ ਆ, ਜਿਹੜੀਆਂ ਮੁਸੀਬਤਾਂ ਪਰੇਸ਼ਾਨੀਆਂ ਨਾ ਇਹ ਹਰ ਬੰਦੇ ਦੀ ਜ਼ਿੰਦਗੀ 'ਚ ਆਉਂਦੀਆਂ ਨੇ। ਤੁਸੀਂ ਹੁਣ ਇਹ ਕਹੋ ਕਿ ਮੇਰੀ ਜ਼ਿੰਦਗੀ 'ਚ ਕਦੀ ਦੁੱਖ ਮੁਸੀਬਤ ਆਵੇ, ਇਹ ਕਿਦਾਂ? ਹੁਣ ਬੰਦਾ ਕਹਿੰਦਾ ਮੈਂ ਪਾਣੀ 'ਚ ਵੜਾਂ ਤੇ ਮੈਂ ਗਿੱਲਾ ਨਾ ਹੋਵਾਂ। ਕਿਉਂ ਸਾਸ ਬੰਦਾ ਕਹਿੰਦਾ ਮੈਂ ਪਾਣੀ 'ਚ ਵੜਾਂ ਤੇ ਮੈਂ ਗਿੱਲਾ ਨਾ ਹੋਵਾਂ, ਇਹ ਕਿਦਾਂ ਹੁੰਦਾ? ਭਾਈ ਪਾਣੀ ਤਾਂ ਮਾੜਾ ਮੋਟਾ ਤੂੰ ਹਨਾ ਵੱਖਰੀ ਗੱਲ ਹੈ। ਤੂੰ ਕੱਪੜੇ ਥੋੜੇ ਜਿਹੇ ਪਾ ਲੈਣੇ ਕਿ ਥੋੜਾ ਘੱਟ ਲੱਗ ਪਰ ਲੱਗੂ ਤਾਂ ਜ਼ਰੂਰ ਨਾ ਪ੍ਰਬੰਧ ਤੇ ਕਰ। ਹੁਣ ਜੇ ਸੰਸਾਰ ਤੇ ਆਪਾਂ ਪੈਦਾ ਹੋਏ ਆ, ਦੁੱਖ ਸੁੱਖ ਮੁਸੀਬਤਾਂ ਹੋਣੀਆਂ ਨੇ, ਗਿਣਤੀ ਕਰੋ ਦੁੱਖ। ਸਾਡੇ ਮੁਤਾਬਕ ਪੁੱਤ ਦਾ ਮਰਨਾ ਦੁੱਖ ਹੈ ਨਾ। ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵੀ ਤੇ ਦਿਨ ਆਏ ਆ ਕਿ ਨਹੀਂ ਆਏ? ਪੁੱਤਾਂ ਦੀਆਂ ਲਾਸ਼ਾਂ ਦੇ ਲੱਗ ਨੂੰ ਮਾਲ ਛੱਡ ਗਏ ਸੀ, ਪਰ ਉਸ ਦੁੱਖ ਨੂੰ ਦੁੱਖ ਨਹੀਂ ਮੰਨਿਆ ਉਹਨਾਂ। ਉਹ ਕਹਿੰਦੇ ਠੀਕ ਹੈ ਜੋ ਹੋਇਆ ਉਹਦੇ ਠੀਕ ਹੈ, ਘਟਨਾ ਵਾਪਰੀ ਸਾਡੇ ਜਾਏ ਸੀ, ਅਸੀਂ ਪੈਦਾ ਕੀਤੇ ਸੀ, ਪਰ ਮਨ ਨੂੰ ਚੜ੍ਹਦੀ ਕਲਾ ਕਰੀ ਹੈ। ਸਾਡੇ ਤੇ ਸਾਨੂੰ ਗੁਰੂ ਨੇ ਕੀ ਦਿੱਤਾ ਜੀ? ਸਾਡੇ ਮੁਸੀਬਤ ਆ ਕੇ ਸਾਡਾ ਗੁਰੂ ਨੇ ਪੱਲਾ ਹੀ ਨਹੀਂ ਫੜਿਆ, ਸਾਡਾ ਗੁਰੂ ਸਾਥ ਨਹੀਂ ਦਿੱਤਾ। ਅਸੀਂ ਨਿੱਕੀਆਂ ਕਿਉਂਕਿ ਸਾਡੀ ਐਜੂਕੇਸ਼ਨ ਸਾਡਾ ਬੇਸ ਇੱਦਾਂ ਦਾ ਬਣਾਤਾ ਹੈ ਕਿ ਆਹ ਭਾਈ ਸ਼ਬਦ ਪੜ੍ਹੋ ਤੁਹਾਨੂੰ ਦੁੱਖ ਨਹੀਂ ਆਏਗਾ। ਇਹ ਐਸਾ ਕਦੀ ਹੋਣਾ ਹੀ ਨਹੀਂ। ਇਹ ਦੁੱਖ ਤੇ ਸੁੱਖ ਦੋਵੇਂ ਕੱਪੜੇ ਆ ਕਿ ਪਾਉਣੇ ਪੈਣੇ ਆ। ਹੱਸਦਿਆਂ ਪਾਓ, ਰੋਂਦਿਆਂ ਪਾਓ, ਮਰਜ਼ੀ ਤੁਹਾਡੀ। ਚਿੰਤਾਵਾਂ ਪਰੇਸ਼ਾਨੀਆਂ ਇਹ ਜੀਵਨ 'ਚ ਰਹਿੰਦੀਆਂ ਨੇ। ਬਸ ਆਪਣੇ ਆਪ ਨੂੰ ਤਗੜਾ ਕਰੋ ਕਿ ਮੈਂ ਹਰ ਪਰੇਸ਼ਾਨੀ ਦਾ ਖਿੜੇ ਮੱਥੇ ਮੁਕਾਬਲਾ ਕਰਨਾ, ਦੁੱਖ ਦਾ ਡਟ ਕੇ ਮੁਕਾਬਲਾ ਕਰਨਾ। ਬਾਣੀਆਂ ਦੀ ਮੇਰੇ ਠਾਕੁਰ ਰੱਖ ਲਿਓ ਆਹ ਅਰਦਾਸ ਕਰੋ, ਮੈਨੂੰ ਬਚਾ ਲਾਜ ਤੋਂ ਬਚਾਲਾ ਕਿ ਮੈਂ ਭਰਾ ਨਾਲ ਲੜਾਂ। ਇਹ ਅਰਦਾਸ ਨਾ ਕਰੋ ਕਿ ਭਰਾ ਨਾ ਭਾਵੇਂ ਲੜ ਪਾਓ ਪਰ ਲਾਜ ਤੇ ਆਕੇ ਲੱਗ ਜਾਓ। ਅੱਜ ਲਾਲਚ ਕਰਕੇ ਭਰਾ ਨੂੰ ਲੜੇ ਜਾ ਰਹੇ, ਦੋਸਤਾਂ ਮਿੱਤਰਾਂ ਨਾਲ ਲਾਲਚ ਪਿੱਛੇ ਲੜੇ ਜਾ ਰਹੇ। ਇਹ ਅਰਦਾਸ ਕਰੋ ਸੱਚਿਆ ਪਾਤਸ਼ਾਹ ਮੈਨੂੰ ਇਹ ਸਮਰਾਤ ਬਖਸ਼ੋ, ਮੈਂ ਘਰ 'ਚ ਲੜਾਈ ਨਾ ਪਾਵਾਂ, ਬੇਸ਼ੱਕ ਲਾਲਚ ਨਾਲ ਲੜ ਪਾਵਾਂ। ਉਹ ਸੂਰਮਾ ਜੋ ਜਨ ਰੂਝੇ ਮਨੇ ਸਿਓ ਸੇ ਪੂਰੇ ਪ੍ਰਧਾਨਾ, ਜਿਹੜੇ ਆਪਣੇ ਮਨ ਨਾਲ ਲੜਦੇ ਆ। ਬਾਣੀਆਂ ਦੀ ਪ੍ਰਧਾਨ ਆਖੂ ਆਖੂ ਸਿਆਂ ਦੀ